ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ ਦਰਸ਼ਕਾਂ ਦੀ ਸੇਵਾ ਦੇ ਵਿੱਚ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਸੀਂ ਜੋ ਸਕਾਟਲੈਂਡ ਬਾਕੀ ਇੰਗਲੈਂਡ ਤੋਂ ਵੱਖ ਹੋ ਰਿਹਾ ਬ੍ਰਿਟਨ ਦੇ ਵਿੱਚ ਜਿਹੜੇ ਜਿਹਦਾ ਇੱਕ ਅਨਿੱਖੜਵਾਂ ਅੰਗ ਸੀਗਾ ਪਹਿਲਾਂ, ਹੁਣ ਉਹ ਵੱਖ ਹੋ ਰਿਹਾ ਇਤਿਹਾਸਿਕ ਤੌਰ 'ਤੇ। ਬਹੁਤ ਕੁਝ ਲੰਬੀ ਕਹਾਣੀ ਹੈ ਅਤੇ ਉਹਦੇ ਵਿੱਚ ਰੈਫਰੈਂਡਮ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਸ਼ਾਇਦ ਇਹ ਹਮੇਸ਼ਾ ਵਾਸਤੇ ਜੋ ਸਕਾਟਲੈਂਡ ਹੈ ਉਹ ਬ੍ਰਿਟਨ ਦਾ ਹਿੱਸਾ ਨਾ ਰਹੇ। ਗ੍ਰੇਟ ਬ੍ਰਿਟਨ ਜਿਹਨੂੰ ਕਿਹਾ ਜਾਂਦਾ ਸੀਗਾ, ਜਾਂ ਜਿਹਨੂੰ UK ਯੂਨਾਈਟਿਡ ਕਿੰਗਡਮ ਅੱਜ ਕੱਲ੍ਹ ਕਿਹਾ ਜਾਂਦਾ, ਅਤੇ ਉਹਦੇ ਵੱਖ ਹੋਣ ਦੇ ਨਾਲ ਸਾਡੇ ਜੀਵਨ 'ਤੇ ਖਾਸ ਕਰਕੇ ਸਾਡੇ ਏਸ਼ੀਅਨ ਜੋ ਲੋਕ ਨੇ ਉਹ ਬਹੁਤ ਸਾਰੇ ਉੱਧਰ ਰਹਿੰਦੇ ਨੇ, ਬਹੁਤ ਸਾਰੇ ਇੱਧਰ ਰਹਿੰਦੇ ਨੇ। ਚਾਹੇ ਆਪਾਂ ਉਹਦੇ ਵਿੱਚ ਪ੍ਰਵਾਸ ਦਾ ਮਸਲਾ ਲੈ ਲਈਏ, ਇਮੀਗ੍ਰੇਸ਼ਨ ਦਾ ਮਸਲਾ ਲੈ ਲਈਏ, ਚਾਹੇ ਆਪਾਂ ਵਪਾਰਕ ਮਸਲਾ ਲੈ ਲਈਏ, ਕਿਉਂਕਿ ਸਾਡੇ ਬਹੁਤ ਸਾਰੇ ਸੰਬੰਧ ਹਨ ਹੁਣ ਤੱਕ ਸਦੀਆਂ ਤੋਂ ਅਨਿੱਖੜ ਮੰਗ ਰਿਹਾ ਲੰਬੇ ਸਮੇਂ ਤੋਂ। ਸੋ ਆਪਾਂ ਆਪਣੇ ਅੱਜ ਮਹਿਮਾਨਾਂ ਤੋਂ ਪੁੱਛਾਂਗੇ ਕਿ ਕੀ ਕਾਰਨ ਹੈ ਕਿ ਸਕਾਟਲੈਂਡ ਕਿਉਂ ਵੱਖ ਹੋ ਰਿਹਾ, ਅਤੇ ਉਹਦੇ ਵੱਖ ਹੋਣ ਤੋਂ ਬਾਅਦ ਜਿਹੜੇ ਸਾਡੇ ਜਾਂ ਬਾਕੀ ਸਾਰੇ ਇੱਥੇ ਦੇ ਲੋਕ ਨੇ ਉਹਨਾਂ ਉਸ ਜਨ ਜੀਵਨ 'ਤੇ ਕੀ ਅਸਰ ਪਏਗਾ। ਕਿਉਂਕਿ ਹੁਣ ਤੱਕ ਸਕਾਟਿਸ਼, ਇੰਗਲਿਸ਼, ਵੈਲਸ਼, ਸਾਰੇ ਆਇਰਿਸ਼, ਇਹ ਸਾਰੇ ਕਮਿਊਨਿਟੀਜ਼ ਇੱਕ ਤਰ੍ਹਾਂ ਦੇ ਨਾਲ ਪੂਰੀਆਂ ਮਿਕਸਅਪ ਹੋ ਚੁੱਕੀਆਂ ਨੇ, ਕਿਉਂਕਿ ਸਦੀਆਂ ਤੋਂ ਇੱਕਦਮ ਇਕੱਠੇ ਰਹਿੰਦੇ ਨੇ। ਅਤੇ ਹੁਣ ਆਉਣ ਵਾਲੇ ਸਮੇਂ ਵਿੱਚ ਕੀ ਹੋ ਰਿਹਾ, ਕਿਉਂ ਹੋ ਰਿਹਾ। ਸੋ ਸਾਡੇ ਨਾਲ ਬਣੇ ਰਹਿਣਾ। ਹਰ ਸੋਮਵਾਰ ਨੂੰ ਸ਼ਾਮ 8:30 ਆਪ ਜੀ ਦੀ ਸੇਵਾ ਦੇ ਵਿੱਚ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ। ਸੋ ਮੈਂ ਆਪ ਜੀ ਦੀ ਜੋ ਜਾਣਕਾਰੀ ਹੈ ਆਪਣੇ ਆਏ ਮਹਿਮਾਨਾਂ ਨਾਲ ਕਰਵਾਵਾਂ। ਸਭ ਤੋਂ ਪਹਿਲਾਂ ਡਾਕਟਰ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਸੰਘਾ ਸਾਹਿਬ, ਅਤੇ ਉਹਨਾਂ ਦੇ ਨਾਲ ਧਰਮਚੰਦ ਮਹੇ ਜੀ, ਅਤੇ ਡਾਕਟਰ ਹਰੀਸ਼ ਮਲਹੋਤਰਾ ਜੀ, ਅਤੇ ਇਹਦੇ ਨਾਲ ਸਾਡੇ ਮਾਨਯੋਗ ਸ਼ੈਮੂਲ ਮਸੀਹ ਜੀ, ਅਤੇ ਨਰਿੰਦਰ ਕੁਮਾਰ ਕਾਲੀਆ, ਅਤੇ ਸਾਡੇ ਮਾਨਯੋਗ ਧਰਮਦੱਤ ਵਸ਼ਿਸ਼ਟ। ਇਹ ਸਾਰੇ ਵੱਖ ਧਰਮਾਂ ਤੋਂ ਹਿੰਦੂ, ਸਿੱਖ, ਬੋਧੀ ਜਾਂ ਇੰਡੀਪੈਂਡੈਂਟ ਰਿਸਰਚਰ ਨੇ ਸਾਡੇ ਰੀਸ਼ ਸਾਹਿਬ, ਆਪੋ ਆਪਣੇ ਖਿਆਲ ਦੇਣਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਕਾਟਲੈਂਡ ਜਦੋਂ ਜੇਕਰ ਇਸ ਦੇਸ਼ ਦਾ ਨਾ ਹਿੱਸਾ ਰਿਹਾ ਤਾਂ ਸਾਡੇ ਜੀਵਨ 'ਤੇ ਕੀ ਅਸਰ ਪਏਗਾ, ਇਹ ਕਿਉਂ ਹੋ ਰਿਹਾ, ਜਾਂ ਇਹਦੇ ਕੀ ਕਾਰਨ ਨੇ, ਇਤਿਹਾਸਕ ਤੌਰ 'ਤੇ ਇਹ ਕੀ ਪਾਣਾ ਵਰਤਿਆ। ਹਾਂਜੀ, ਇਹ ਆਪਣੇ ਸੰਘਾ ਸਾਹਿਬ ਹਾਂਜੀ ਥੋੜ੍ਹਾ ਜਿਹਾ ਇਤਿਹਾਸਕ ਨਜ਼ਰੀਆ ਦੱਸੋ। ਹਾਂਜੀ ਹਾਂ, ਸੰਖੇਪ ਦੇ ਵਿੱਚ ਪਿਛਲੇ 300 ਸਾਲ ਤੋਂ ਸਕਾਟਲੈਂਡ ਅਤੇ ਇੰਗਲੈਂਡ ਦੀ ਯੂਨੀਅਨ ਹੋਈ ਸੀ ਜੀ, ਅਤੇ 300 ਸਾਲ ਤੋਂ ਯੂਨੀਅਨ ਹੋਈ ਸੀ ਜਾਂ ਕੀਤੀ, ਉਹਨਾਂ ਨੂੰ ਜਿੱਤ ਕੇ ਉਹਨਾਂ ਨੂੰ ਹਾਰੇ। ਹਾਂ, ਉਹ ਆਮ ਤੌਰ 'ਤੇ ਇਹ ਪੋਲਾਈਟ ਵਰਡ ਹੈਗਾ ਜੀ, ਅਤੇ ਅੰਗਰੇਜ਼ਾਂ ਨੇ ਸਕਾਟਿਸ਼ ਨੂੰ ਜਿੱਤ ਲਿਆ। ਅਤੇ ਉਹ ਬਾਅਦ ਦੇ ਵਿੱਚ ਲਾਜ਼ਮੀ ਤੌਰ 'ਤੇ ਕੋਈ ਵੀ ਲੜਾਈ ਹੁੰਦੀ ਹੈ, ਯੁੱਧ ਹੁੰਦਾ, ਵਰਲਡ ਵਾਰ ਹੁੰਦੇ, ਬਾਅਦ ਦੇ ਵਿੱਚ ਆਪਣੇ ਇਕਰਾਰਨਾਮੇ ਹੁੰਦੇ ਆ, ਨੈਗੋਸ਼ੀਏਸ਼ਨ ਹੁੰਦੀਆਂ, ਗੱਲਾਂ ਬਾਤਾਂ ਹੁੰਦੀਆਂ, ਅਤੇ ਬਾਅਦ ਦੇ ਵਿੱਚ ਜਿਹੜੀ ਸੰਧੀ ਬਣਦੀ ਆ ਉਹਦਾ ਨਾਂ ਕੋਈ ਨਾ ਕੋਈ ਰੱਖਤਾ ਜਾਂਦਾ। ਮੁਆਫਕ ਜੀ ਪੋਸ਼ਾਕ ਵਿੱਚ ਹਾਂ ਬਿਲਕੁਲ ਉਹਨੂੰ ਸਾਂਝਾ ਇੱਕ ਬ੍ਰਿਟਨ ਬਣਾ ਕੇ ਬਿਲਕੁਲ, ਅਤੇ ਉਹ ਰੀਯੂਨੀਅਨ ਜਾਂ ਯੂਨੀਅਨ ਬਣਾ ਕੇ ਅਤੇ ਉਹਦਾ ਨਾਂ ਗ੍ਰੇਟ ਬ੍ਰਿਟਨ ਰੱਖ ਦਿੱਤਾ, ਗ੍ਰੇਟ ਬ੍ਰਿਟਨ ਆਫ ਯੂਨਾਈਟਿਡ ਕਿੰਗਡਮ, ਜਿਹਦੇ ਵਿੱਚ ਆਇਰਲੈਂਡ, ਕਿਉਂਕਿ ਹੁਣ ਤਾਂ ਸਾਊਦਰਨ ਆਇਰਲੈਂਡ ਆਜ਼ਾਦ ਹੋ ਗਿਆ ਸੀਗਾ, ਉੱਤਰੀ ਆਇਰਲੈਂਡ, ਸਕਾਟਲੈਂਡ, ਇੰਗਲੈਂਡ, ਵੇਲਜ਼, ਉਹ ਸਾਰਾ, ਅਤੇ ਬਾਅਦ ਦੀਆਂ ਜਿਹੜੀਆਂ ਕੌਲੋਨੀਆਂ ਸੀਗੀਆਂ ਉਹ ਵੀ ਵਿੱਚ ਸੀਗੀਆਂ ਜੀ। ਅਤੇ ਉਸ ਤੋਂ ਬਾਅਦ ਪਿਛਲੇ ਆਪਣੇ 300 ਸਾਲ ਦੇ ਵਿੱਚ ਜੀ, ਔਰ ਉਚੇਚੇ ਤੌਰ 'ਤੇ ਪਿਛਲੀ ਸਦੀ ਦੇ ਵਿੱਚ, ਅਤੇ ਇਹਨਾਂ ਦਹਾਕਿਆਂ ਦੇ ਵਿੱਚ ਸਕਾਟਲੈਂਡ ਦੇ ਵਿੱਚ ਆਪਣੀ ਜਿਹੜੀ ਆਇਡੈਂਟੀਟੀ ਹੈਗੀ ਹੈ ਐਜ਼ ਅ ਸਕਾਟਿਸ਼ ਆਇਡੈਂਟੀਟੀ, ਉਹਨਾਂ ਦੀ ਆਰਥਿਕਤਾ, ਉਹਨਾਂ ਦਾ ਸੱਭਿਆਚਾਰ, ਉਹਨਾਂ ਦੀ ਸਵੈ ਪਹਿਚਾਣ, ਉਹਨਾਂ ਦਾ ਇਤਿਹਾਸ, ਉਹਨਾਂ ਦੀ ਜਿਹੜੀ ਅਪਣਾਤਿਆ, ਉਹਦੇ ਵਿੱਚ ਕਾਫੀ ਉਭਾਰ ਆਇਆ। ਉਹਦਾ ਸਬੂਤ ਸਕਾਟਿਸ਼ ਨੈਸ਼ਨਲਸ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਜਿਹੜੀ ਕਿ ਉੱਥੇ ਮੈਜੋਰਟੀ ਦੇ ਵਿੱਚ ਆਪਣੀ ਸਰਕਾਰ ਵੀ ਚਲਾ ਰਹੀ ਹੈ, ਔਰ ਉੱਥੇ ਆਪਣੇ ਕੰਜ਼ਰਵੇਟਿਵ ਪਾਰਟੀ ਬਿਲਕੁਲ ਇੱਕ ਕਿਸਮ ਦੀ ਖਤਮ ਹੀ ਹੋ ਗਈ, ਸਿਰਫ 1-2 ਸੀਟਾਂ ਉਹਨਾਂ ਨੂੰ ਆਉਂਦੀਆਂ ਹੈਗੀਆਂ। ਲਿਬਰਲ ਪਾਰਟੀ ਦਾ ਕਿਸ ਹੱਦ ਤੱਕ ਆਧਾਰ ਹੈਗਾ, ਪਰ ਲੇਬਰ ਪਾਰਟੀ ਦਾ ਆਧਾਰ ਕਾਫੀ ਤਕੜਾ ਸੀਗਾ। ਪਰ ਪਿਛਲੇ 2 ਦਹਾਕਿਆਂ ਦੇ ਵਿੱਚ ਸਕਾਟਿਸ਼ ਨੈਸ਼ਨਲ ਪਾਰਟੀ ਦਾ ਕਾਫੀ ਜ਼ੋਰ ਪੈ ਗਿਆ। ਉਸ ਜ਼ੋਰ ਦੇ ਆਧਾਰ 'ਤੇ ਲੈਜਿਸਲੇਸ਼ਨ ਰਾਹੀਂ ਉਹਨਾਂ ਨੂੰ ਵੱਧ ਅਧਿਕਾਰ ਕਾਫੀ ਮਿਲੇ, ਕਿਉਂਕਿ ਸਕਾਟਿਸ਼ ਅਸੈਂਬਲੀ ਬਣੀ, ਇੱਦਾਂ ਵੈਲਸ਼ ਅਸੈਂਬਲੀ ਬਣੀ, ਅਤੇ ਭਾਵੇਂ ਇੰਗਲੈਂਡ ਦੇ ਵਿੱਚ ਆਪਣੀ ਅਸੈਂਬਲੀ ਨਹੀਂ, ਪਰ ਉੱਥੇ ਅਸੈਂਬਲੀਆਂ ਹੈਗੀਆਂ, ਕਿਉਂਕਿ ਮਹਿਸੂਸ ਨਾ ਕਰਨ ਪਏ ਸਾਰੇ ਜਿਹੜੇ ਫੈਸਲੇ ਆ ਉਹ ਲੰਡਨ ਹੁੰਦੇ ਆ, ਸਾਰੇ ਉੱਥੇ ਨਹੀਂ ਹੁੰਦੇ। ਪਰ ਫਿਰ ਵੀ ਜਿਹੜੀ ਸਕਾਟਿਸ਼ ਨੈਸ਼ਨਲ ਪਾਰਟੀ ਹੈਗੀ ਆ, ਉਹਦਾ ਲੀਡਰ ਐਲੈਕਸ ਸੈਮੰਡ ਆ, ਉਹਦਾ ਪਹਿਲਾਂ ਤੋਂ ਇਹ ਮੈਨੀਫੈਸਟੋ ਰਿਹਾ ਪਾਰਟੀ ਰਾਹੀਂ ਕਿ ਅਸੀਂ ਸਕਾਟਲੈਂਡ ਨੂੰ ਆਜ਼ਾਦੀ ਦਿਵਾਉਣੀ ਆ ਜੀ, ਅਤੇ ਸਾਡਾ ਅਧਿਕਾਰ ਆ। ਭਾਵੇਂ ਉਹ ਵੀ ਕਹਿੰਦੇ ਹੈ ਕਿ ਭੈਣਾ ਅਸੀਂ ਯੂਨਾਈਟਿਡ ਕਿੰਗਡਮ ਫਰੇਮਵਰਕ ਦੇ ਵਿੱਚ ਹੀ ਆ, ਜਿਹੜੀ ਕੁਈਨ ਹੈਗੀ ਆ ਮੌਜੂਦਾ, ਉਹ ਹੈਡ ਆਫ ਦਾ ਸਟੇਟ ਰਹੇਗੀ,
ਤੇ ਬਾਕੀ ਜਿਹੜੇ ਸਾਡੇ ਕਾਰੋਬਾਰ ਹੈਗੇ ਆ ਕਰੰਸੀ ਇੰਡਸਟਰੀ ਆਪਣੇ ਲੈਜਿਸਲੇਸ਼ਨ ਹੈਲਥ ਐਜੂਕੇਸ਼ਨ ਸਭ ਕੁਝ ਅਸੀਂ ਆਜ਼ਾਦ ਕਰਨਾ ਹੈਗਾ ਮੁਕੰਮਲ ਤੌਰ ਤੇ ਐਜ਼ ਅ ਸਟੇਟ ਜੀ ਤੇ ਉਹਦੇ ਵਿੱਚ ਕੁਝ ਪਹਿਲੂ ਬੜੇ ਜ਼ਰੂਰੀ ਹੈਗੇ ਆ ਆਪਣੇ ਵਾਸਤੇ। ਇੱਕ ਤਾਂ ਇਹ ਹੈਗਾ ਕਿ ਆਪਣਾ ਭਾਈਚਾਰਾ ਆਪਣੇ ਸਾਰੇ ਭਾਈਚਾਰੇ ਜਿਹੜੇ ਏਸ਼ੀਅਨ ਹੈਗੇ ਆ ਉਹ ਕਾਫੀ ਗਿਣਤੀ ਦੇ ਵਿੱਚ ਐਡਨਬਰਾ ਗਲਾਸਗੋ ਤੇ ਹੋਰਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਹੈਗੇ ਆ ਜੀ ਤੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਆਉਣੀ ਜਾਣੀ ਆਪਣੀ ਹੈਗੀ ਆ। ਉਹ ਇੱਕ ਕਿਸਮ ਦਾ ਜੇ ਸਕਾਟਲੈਂਡ 18 ਸਤੰਬਰ ਨੂੰ ਰੈਫਰੈਂਡਮ ਤੋਂ ਬਾਅਦ ਜੁਦਾ ਹੋ ਜਾਂਦਾ ਤਾਂ ਉਹ ਕਿਸਮ ਦਾ ਵੱਖਰਾ ਮੁਲਕ ਬਣ ਜਾਂਦਾ ਤੇ ਉਹ ਮਤਲਬ ਕਿ ਆਪਣੇ ਜਿਹੜੇ ਪਰਿਵਾਰ ਜਾਂ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਾਂ ਗੁਰਦੁਆਰੇ ਮੰਦਿਰ ਜਾਂ ਚਰਚ ਉੱਥੇ ਹੈਗੇ ਉਹ ਕਿਸਮ ਦੇ ਵੱਖਰੇ ਦੇਸ਼ ਹੋ ਜਾਣਗੇ। ਸੋ ਇੱਕ ਤਾਂ ਇਹ ਮਤਲਬ ਕਿ ਪਾੜਾ ਪੈ ਸਕਦਾ ਵੱਡਾ ਵੈਸੇ ਇਸ਼ੂ ਕਿਉਂਕਿ ਆਪਣੇ ਜਿਹੜੇ ਜਿੰਨੇ ਮਹਿਮਾਨ ਆਉਂਦੇ ਨੇ ਸਾਡੀਆਂ ਰਿਸ਼ਤੇਦਾਰੀਆਂ ਨਾਲ ਆਪਾਂ ਲੈ ਜਾਂਦੇ ਬਿਲਕੁਲ ਸਕਾਟਲੈਂਡ ਵਾਸਤੇ ਹਾਂ ਫਿਰ ਤੇ ਗੱਲ ਫਿਰ ਮਤਲਬ ਇਮੀਗ੍ਰੇਸ਼ਨ ਵੀਜ਼ਾ ਇਹ ਵੀ ਹੋ ਸਕਦਾ। ਪਰ ਇਹ ਹੈਗਾ ਕਿ ਮੇਰਾ ਆਪਣਾ ਵਿਚਾਰ ਹੈਗਾ ਕਿ 18 ਸਤੰਬਰ ਦਾ ਜਿਹੜਾ ਰੈਫਰੈਂਡਮ ਆ ਉਹਦੇ ਵਿੱਚ ਕਿਉਂਕਿ ਅਸੀਂ ਸਿਰਫ ਬੈਕਗ੍ਰਾਉਂਡ ਲਈ ਤਕਰੀਬਨ ਐਜੂਕੇਸ਼ਨ ਦੇ ਕੰਮਕਾਰ ਦੇ ਵਿੱਚ ਐਡਨਬਰਾ ਸਕਾਟਲੈਂਡ ਕਾਫੀ ਆਉਣੀ ਜਾਣੀ ਰਹੀ ਹੈ ਕਾਨਫਰੰਸਾਂ ਸੈਮੀਨਾਰ ਮੀਟਿੰਗਾਂ ਦੇ ਵਿੱਚ ਵੀ ਤੇ ਇਸ ਫਰਵਰੀ ਦੇ ਵਿੱਚ ਸੋਸ਼ਲ ਕਾਰਨਾਂ ਕਰਕੇ ਵੀ ਉੱਥੇ ਗਏ ਗਲਾਸਗੋ ਖਾਸ ਕਰਕੇ। ਉੱਥੇ ਤੁਸੀਂ ਇਹ ਦੇਖਦੇ ਹੈਗੇ ਕਿ ਜਿਹੜੇ ਤਾਂ ਲੋਕੀ ਬਿਲਕੁਲ ਮੁਕਾਮੀ ਹੈਗੇ ਆ ਜੀ ਜਿਨ੍ਹਾਂ ਨੇ ਕੰਮ ਕਰਦੇ ਹਿਸਾਬ ਨਾਲ ਸਕਾਟਲੈਂਡ ਤੋਂ ਬਾਹਰ ਜਾਣ ਦਾ ਕਦੇ ਮੌਕਾ ਨਹੀਂ ਬਣਿਆ ਖਾਸ ਕਰਕੇ ਰੂਰਲ ਕਮਿਊਨਿਟੀਆਂ ਜਾਂ ਜਿਹੜੇ ਵਰਕਿੰਗ ਲੋਕ ਹੈਗੇ ਆ ਵਰਕਿੰਗ ਕਲਾਸ ਲੋਕ ਆ ਜਾਂ ਮਤਲਬ ਕਿ ਜਿਨ੍ਹਾਂ ਦੀ ਆਇਡੈਂਟੀਟੀ ਪਰਿਵਾਰਕ ਤੌਰ ਤੇ ਬਿਲਕੁਲ ਸਕਾਟਿਸ਼ ਆ ਉਹ ਤਾਂ ਦੇਖਿਆ ਜਾਂਦਾ ਵੀ ਇੰਡੀਪੈਂਡੈਂਟ ਸਕਾਟਲੈਂਡ ਦੇ ਹੱਕ 'ਚ ਆ। ਪਰ ਜਿਨ੍ਹਾਂ ਦੇ ਪਰਿਵਾਰਕ ਰਿਸ਼ਤੇ ਯੂਰਪ ਦੇ ਵਿੱਚ ਆ ਇੰਗਲੈਂਡ ਦੇ ਵਿੱਚ ਆ ਵੈਲਸ਼ ਆ ਜਾਂ ਹੋਰ ਵੀ ਆ ਜਾਂ ਪ੍ਰੋਫੈਸ਼ਨਲ ਕਲਾਸ ਲੈ ਲਓ ਬਿਜ਼ਨਸ ਕਲਾਸ ਲੈ ਲਓ ਜਾਂ ਮਤਲਬ ਜਿਹੜੇ ਓਵਰਸੀਜ਼ ਟਰੈਵਲ ਜ਼ਿਆਦਾ ਕਰਦੇ ਆ ਉਹ ਸਾਰੇ ਨਹੀਂ ਅਸੀਂ ਅਧਿਕਾਰ ਹੋਰ ਲੈਣੇ ਆ ਪਰ ਯੂਨਾਈਟਿਡ ਕਿੰਗਡਮ ਦਾ ਹਿੱਸਾ ਰਹਿਣਾ ਹੈਗਾ। ਤੇ ਆ ਪਿਛਲੇ ਮਤਲਬ ਵੀ ਜਿਹੜੇ ਡਿਬੇਟ ਡਿਸਕਸ਼ਨ ਹੋਏ ਆ ਉਹਦੇ ਵਿੱਚ ਹੁਣ ਇਹ ਸਾਹਮਣੇ ਆਇਆ ਹੈਗਾ ਕਿ ਭਾਵੇਂ ਪਰ ਹੈਡ ਸਕਾਟਲੈਂਡ ਦੇ ਜਿਹੜੇ ਲੋਕ ਆ ਉਹ 1200 ਪਾਉਂਡ ਬਾਕੀ ਯੂਕੇ ਨਾਲੋਂ ਬੈਟਰ ਆਫ ਆ ਕਿਉਂਕਿ ਉਹਨਾਂ ਨੂੰ ਸਹੂਲਤਾਂ ਸਬਸਿਡੀਜ਼ ਰਵਾਇਤਾਂ ਕਾਫੀ ਮਿਲਦੀਆਂ ਤੇ ਮਿਸਾਲ ਤੌਰ ਤੇ ਯੂਨੀਵਰਸਿਟੀ ਫੀਸ ਉੱਥੇ ਕੋਈ ਨਹੀਂ ਹੈਗੀ। ਇੰਗਲੈਂਡ ਵੇਲ ਦੇ ਵਿੱਚ ਤੁਹਾਨੂੰ ਯੂਨੀਵਰਸਿਟੀ ਫੀਸ ਦੇਣੀ ਪੈਂਦੀ ਹੈਗੀ ਆ ਸਾਲ ਦੇ 9000 ਪਾਉਂਡ ਤੱਕ ਉੱਥੇ ਮਤਲਬ ਕਿ ਫ੍ਰੀ ਐਜੂਕੇਸ਼ਨ ਹੈ ਕੋਈ ਲੋਨ ਨਹੀਂ ਇਸ ਕਿਸਮ ਦਾ ਮਤਲਬ ਕਿ ਆਪਣੇ ਹੈਲਥ ਸਰਵਿਸ ਦੀ ਬਾਕੀ ਵੀ ਸਹੂਲਤਾਂ ਇੱਥੇ ਨੂੰ ਵਧੀਆ ਹੈ ਖਾਸ ਕਰਕੇ ਓਲਡ ਪੀਪਲ ਲਈ ਸਹੂਲਤਾਂ। ਖੈਰ ਇਸ ਪਾਸੇ ਨੂੰ ਜ਼ਿਆਦਾ ਨਾ ਜਾਂਦੇ ਹੋਏ ਮੁੱਖ ਦੀ ਗੱਲ ਇਹ ਹੈਗੀ ਹੈ ਕਿਉਂਕਿ ਬਾਕੀ ਕੋਲੀਗਸ ਨੇ ਵੀ ਆਪਣੀ ਕੰਟਰੀਬਿਊਸ਼ਨ ਦੇਣੀ ਹੈ ਉਹ ਇਹ ਹੈਗਾ ਕਿ ਵਿਅਕਤੀਗਤ ਨੂੰ ਪਰਿਵਾਰ ਨੂੰ ਭਾਈਚਾਰੇ ਨੂੰ ਕਿਸੇ ਰੀਜਨ ਦੇ ਲੋਕਾਂ ਨੂੰ ਜਾਂ ਏਰੀਏ ਵੱਡੇ ਦੇ ਲੋਕਾਂ ਨੂੰ ਜਿਹੜਾ ਆਜ਼ਾਦੀ ਦਾ ਆਪਣਾ ਐਸਪੀਰੇਸ਼ਨ ਹੈ ਉਹ ਹਰ ਇੱਕ ਨੂੰ ਰੱਖਣ ਦਾ ਅਧਿਕਾਰ ਆ। ਉਹਦੇ ਵਿੱਚ ਕੋਈ ਵੀ ਮਤਲਬ ਕਿ ਗਲਤ ਨਹੀਂ ਹੋ ਸਕਦਾ ਕਿਉਂਕਿ ਇਹ ਕਿਸਮ ਦਾ ਜਜ਼ਬਾਤੀ ਕੌਮੀਅਤ ਉਭਾਰ ਹੁੰਦਾ ਹੈ। ਇਹ ਨਾ ਠੀਕ ਹੈ ਨਾ ਗਲਤ ਹੈ ਇਹ ਤੇ ਡਿਬੇਟ ਭਾਵੇਂ ਸਾਰੀ ਉਮਰ ਕਰੀ ਜਾਓ ਪਰ ਦੇਖਣਾ ਇਹ ਹੁੰਦਾ ਵੀ ਤੁਹਾਡੀ ਜਿਹੜੀ ਆਜ਼ਾਦੀ ਆ ਇਸ ਮਾਡਰਨ ਵਰਲਡ ਦੇ ਵਿੱਚ ਉਹ ਇਕੱਲੇ ਹੋ ਕੇ ਬਚ ਸਕਦੀ ਹੈ ਜਾਂ ਬਾਕੀਆਂ ਨਾਲ ਰਲ ਕੇ ਜ਼ਿਆਦਾ ਬਚ ਸਕਦੀ ਹੈ। ਸਕਾਟਲੈਂਡ ਦੀ ਇੰਡੀਪੈਂਡੈਂਟ ਜਿਹੜੀ ਆ ਉਹਦੇ ਤੇ ਮਾਰ ਆ ਉਹਨਾਂ ਦਾ ਅਨੁਮਾਨ ਇਹ ਹੈਗਾ ਕਿ ਜਿਹੜੀ ਸਕਾਟਲੈਂਡ ਦੀ ਇਕਨੋਮੀ ਆ ਜਾਂ ਈਵਨ ਪੋਲੀਟੀਕਲ ਡਿਸੀਜਨ ਮੇਕਿੰਗ ਵੀ ਹੈ ਉਹ ਵਿਦਨ ਯੂਕੇ ਜ਼ਿਆਦਾ ਕਾਮਯਾਬ ਰਹਿ ਸਕਦੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਕਿਸਮ ਦੀ ਟੈਕਸੇਸ਼ਨ ਪੱਖੋਂ ਵੀ ਤੇ ਸਹੂਲਤਾਂ ਪੱਖੋਂ ਵੀ ਆਇਲ ਰੈਵਨਿਊ ਜਦੋਂ ਡਰਾਈ ਅਪ ਹੋਣ ਲੱਗਿਆ ਫਿਰ ਯੂਕੇ ਕਿਉਂ ਬੈਂਕਾਂ ਫੇਲ ਹੋਈਆਂ ਸੀਗੀਆਂ ਖਾਸ ਕਰਕੇ ਰਾਇਲ ਬੈਂਕ ਆਫ ਸਕਾਟਲੈਂਡ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉਹਦੇ ਵਿੱਚ ਵੀ। ਤੇ ਅਖੀਰਲੀ ਗੱਲ ਇਹ ਹੈਗੀ ਆ ਕਿ ਅਸੀਂ ਟ੍ਰੇਡ ਤੇ ਐਜੂਕੇਸ਼ਨ ਸਿਲਸਿਲੇ ਵਿੱਚ ਬਾਕੀ ਦੁਨੀਆ ਜਾਂਦੇ ਰਹੇ ਹਾਂ ਜਿਹੜਾ ਯੂਕੇ ਦਾ ਬ੍ਰਾਂਡ ਆ ਉਹਦੀ ਵੈਲਿਊ ਇੰਗਲੈਂਡ ਵੇਲਸ ਸਕਾਟਲੈਂਡ ਤੇ ਆਇਰਲੈਂਡ ਕਰਕੇ ਹੈ। ਜੇ ਸਕਾਟਲੈਂਡ ਜੁਦਾ ਹੋ ਜਾਂਦਾ ਤੇ ਵਰਲਡ ਵਾਈਡ ਜਿਹੜਾ ਯੂਕੇ ਬ੍ਰਾਂਡ ਆ ਉਹਦੀ ਜਿਹੜੀ ਵੈਲਿਊ ਆ ਉਹ ਡਿਮੋਲਿਸ਼ ਹੋ ਜਾਏਗੀ ਜਾਂ ਘਟ ਜਾਏਗੀ। ਸੋ ਇਸ ਕਰਕੇ ਇਹ ਮਤਲਬ ਕਿ ਕਈਆਂ ਪੱਖਾਂ ਤੋਂ ਬਹੁਤ ਇਸ਼ੂ ਆਪਣੇ ਵਾਸਤੇ ਵੀ ਅਹਿਮੀਅਤ ਰੱਖਦਾ। ਜੀ ਜੀ ਮਹੇਸ਼ ਸਾਹਿਬ ਆ ਗੱਲ ਹੋਈ ਆ ਵੀ ਦਿਲ ਇਹਨਾਂ ਨੂੰ 3 ਸਦੀਆਂ ਤੋਂ ਉੱਪਰ ਸਮਾਂ ਹੋ ਗਿਆ 6-7 ਪੁਸ਼ਤਾਂ ਲੱਗ ਜਾਂਦੀਆਂ ਨੇ ਜੀ ਹਨਾ ਜੀਨਸ ਦੇ ਸਾਰੇ ਬਦਲ ਜਾਂਦੇ ਆ ਸੁਸਾਇਟੀਆਂ ਕੋਲ ਮਿਲ ਗਈਆਂ ਹਨਾ ਪਰ ਇਹ ਕਿੱਦਾਂ ਰਿਵਾਈਵ ਕਰ ਸਕਿਆ ਜੇ ਹੁਣ ਮੈਮੋਰੈਂਡਮ ਦੀ ਗੱਲ ਆਪਣੇ ਰੈਫਰੈਂਡਮ ਦੀ ਗੱਲ ਕਰੀਏ ਇਹ ਕਿੱਦਾਂ ਰਿਵਾਈਵ ਕਰ ਸਕਿਆ ਜਿਹੜੀ ਉਹਨਾਂ ਦੇ ਵਿੱਚ ਨੈਸ਼ਨਲ ਜਜ਼ਬਾ ਸੀ ਜਾਂ ਉਹਨਾਂ ਦੇ ਵਿੱਚ ਕੌਮੀ ਜਜ਼ਬਾ ਸੀਗਾ ਨੈਸ਼ਨਲ ਜਿਹੜੀ ਹੈਗੀ ਉੱਥੇ ਦੀ ਪਾਰਟੀ ਜਿਹੜੀ ਸਕਾਟਿਸ਼ ਲੋਕ ਹੈਗੇ ਆ ਉਹਨਾਂ ਨੇ ਵੱਖਰਾਪਨ ਪਹਿਲਾਂ ਤੋਂ ਰੱਖਿਆ ਬੇਸ਼ੱਕ ਅਸੀਂ ਕਹਿੰਦੇ ਕਿ ਉਹ ਬਈ ਇੰਗਲੈਂਡ ਦਾ ਹਿੱਸਾ ਬਣ ਗਿਆ ਗ੍ਰੇਟ ਬ੍ਰਿਟੇਨ ਦਾ ਹਿੱਸਾ ਬਣ ਗਿਆ ਪਰ ਉਹਨਾਂ ਦੀ ਕਰੰਸੀ ਡਿਫਰੈਂਟ ਆ ਜੀ ਸਕਾਟਿਸ਼ ਨੋਟ ਦੇ ਸਿੰਬਲ ਵੀ ਡਿਫਰੈਂਟ ਆ ਜੀ ਉਹਨਾਂ ਦੀ ਕਾਫੀ ਹੱਦ ਤੱਕ ਜਿਹੜੀ ਜ਼ੁਬਾਨ ਆ ਉਹ ਵੀ ਡਿਫਰੈਂਟ ਆ ਥੋੜਾ ਐਕਸੈਂਟ ਹੀ ਆ ਹਾਂਜੀ ਹਾਂਜੀ ਜ਼ੁਬਾਨ ਤੇ ਇੰਗਲਿਸ਼ ਹੀ ਆ
ਥੋੜਾ ਬਹੁਤ ਡਿਫਰੈਂਟ ਕੁਝ ਕੈਲਟਿਕ ਵੀ ਬੋਲਦੇ ਆ ਪਰ ਮੇਨਲੀ ਇੰਗਲਿਸ਼ ਆ, ਪਰ ਉਹ ਪੰਜਾਬੀ ਵੀ ਉੱਥੇ ਸਕਾਟਿਸ਼ ਪੰਜਾਬੀ ਹੈਗੀ ਆ। ਜੀ ਜੀ ਐਗਜ਼ੈਕਟਲੀ। ਪਰ ਜਿਸ ਤਰ੍ਹਾਂ ਉਹ ਉਹਨਾਂ ਦਾ ਆਪਣਾ ਇੱਕ ਆਈਡੀ ਡਿਫਰੈਂਟ ਹੋ ਜਾਂਦੀ ਆ। ਉਹਨਾਂ ਦੀ ਕਰੰਸੀ ਤੇ ਜਿਹੜੇ ਉਹਦੇ ਫੋਟੋਆਂ ਵਗੈਰਾ ਸਾਰੀਆਂ ਉਹਨਾਂ ਦੀ ਆਪਣੀ ਹਿਸਟੋਰੀਕਲ ਚੀਜ਼ ਹੈਗੀਆਂ। ਥੋੜਾ ਬਹੁਤਾ ਪਹਿਲੇ ਉਹ ਸੈਪਰੇਟ ਹੈਗੇ ਆ। ਜੇ ਹੁਣ ਮੋਹਰ ਲੱਗ ਜਾਂਦੀ ਸੈਪਰੇਟ ਹੋਣ ਦੀ, ਹਾਂਜੀ ਹਾਂਜੀ, ਇਹਦੇ ਨਾਲ ਜਿਹੜੀਆਂ ਕਮਿਊਨਿਟੀਆਂ ਬਾਹਰੋਂ ਆ ਕੇ ਬਸੀਆਂ ਉਹਨਾਂ ਤੇ ਕਾਫੀ ਇਫੈਕਟ ਪਏਗਾ ਜੀ। ਅਸੀਂ ਆਮ ਤੌਰ ਤੇ ਪ੍ਰਾਹੁਣਚਾਰੀ ਕਰਦੇ ਹਾਂ, ਆਉਣਾ ਜਾਣਾ ਅਸੀਂ ਆਮ ਵਿਆਹਾਂ ਸ਼ਾਦੀਆਂ ਤੇ ਵੈਸੇ ਵੀ ਤੁਸੀਂ ਬਿਲਕੁਲ ਰਾਈਟਲੀ ਕਿਹਾ ਕਿ ਅਸੀਂ ਕੋਈ ਪ੍ਰਾਹੁਣਾ ਆਉਂਦਾ ਕਿ ਚਲੋ ਆਪਾਂ ਦੇਖ ਆਉਂਦੇ ਸਕਾਟਲੈਂਡ ਦੇਖ ਆਉਂਦੇ। ਬਿਲਕੁਲ ਬਿਲਕੁਲ, ਇਹ ਫਿਰ ਮੁਮਕਿਨ ਨਹੀਂ ਹੋਣਾ। ਤੁਹਾਡੀ ਸਕਾਚ ਵਿਸਕੀ ਦਾ ਮਸਲਾ ਤਾਂ ਨਾ ਹੋਊਗਾ? ਉਹ ਤਾਂ ਬਾਅਦ ਘਰ ਪਹੁੰਚਾਂਗੇ ਨਾ ਹੋਊ, ਜਦੋਂ ਕਿਸੇ ਕੋਲ ਪਹੁੰਚਾਂਗੇ ਫਿਰ ਹੋਊਗਾ ਵਿਸਕੀ ਦਾ। ਮਹਿੰਗੀ ਹੋ ਜਾਊ, ਕਸਮ ਲੱਗੂਗਾ ਜੀ ਜੀ। ਉਹ ਜਾਂਦੇ ਨੂੰ ਮਿਲ ਜਾਂਦੀਆਂ ਫੈਕਟਰੀਆਂ ਬੈਰਲਸ ਜਿੰਨੀਆਂ ਵੀ ਕੰਪਨੀਆਂ ਹੈਗੀਆਂ ਜੀ ਜੀ। ਤੇ ਉਹ ਮੈਂ ਸਮਝਦਾ ਕਿ ਬਈ ਜੇ ਫਸਟ ਵੱਖਰੇ ਹੋ ਜਾਂਦੇ ਆ, ਮੇਰਾ ਖਿਆਲ ਇਹਨਾਂ ਦਾ ਜੇ ਪਹਿਲਾਂ ਇੰਨਾ ਨਿਖੜਪਨ ਨਹੀਂ ਹੋਇਆ ਜੀ, ਹੁਣ ਵੀ ਸ਼ਾਇਦ ਬਹੁਤ ਜ਼ਿਆਦਾ ਫਰਕ ਨਹੀਂ ਪਊਗਾ। ਗਵਰਨਮੈਂਟ ਨਾਲ ਮਿਲ ਕੇ ਚੱਲਣ ਦਾ ਸੰਭਾਵਨਾ ਹੈਗੀ ਆ। ਜੀ ਜੀ ਜੀ। ਰਿਸ਼ੀ, ਜਿਹੜੀ ਗੱਲ ਆਪਾਂ ਕਰ ਰਹੇ ਸੀਗੇ, ਦਰਅਸਲ ਥੋੜੀ ਅਹਿਮੀਅਤ ਜ਼ਿਆਦਾ ਹੈ ਇਹਦੀ। ਹਾਂਜੀ, ਵੀ 6-7 ਪੁਸ਼ਤਾਂ ਬੀਤ ਜਾਣ ਤੋਂ ਬਾਅਦ ਵੀ ਜੇ ਇਕਨੋਮਿਕਲੀ ਦੇ ਆਰ ਬੈਟਰ ਆਫ, ਹਾਂਜੀ, ਨਾ ਰਹਿ ਕੇ ਉਹਨਾਂ ਨੂੰ ਫਾਇਦਾ ਆ। ਜੋ ਹੋਇਆ ਸੀ ਉਹ ਨਕੜ ਦਾਦਿਆਂ ਨਾਲ ਹੋਇਆ ਸੀ, ਦਾਦਿਆਂ ਪੜਦਾਦਿਆਂ ਦਾ ਉਹਨਾਂ ਦੇ ਨਾਲ ਉਦੋਂ, ਹਨਾ। ਬਰੇਵ ਹਾਰਟ ਦੇਖ ਕੇ ਜ਼ਰੂਰ ਕਿਸੇ ਦਾ ਮਨ ਉਬਲਦਾ ਹੋ ਤਾਂ ਵੱਖਰੀ ਗੱਲ ਆ, ਹਨਾ। ਹਾਂਜੀ, ਪਰ ਇਹ ਕਿੱਦਾਂ ਰਿਵਾਈਵ ਕਰ ਲਈ ਗੱਲ ਇਹਨਾਂ ਨੇ? ਪਰ ਜਿਹੜੀ ਗੱਲ ਦੇਖਣ ਵਾਲੀ ਇਹ ਹੈਗੀ ਆ, ਹਾਂਜੀ, ਰਿਵਾਈਵਲ ਚਲੋ ਠੀਕ ਹੈ, ਹੋਰਾਂ ਖਿੱਤਿਆਂ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਆਭਾਰ ਜਾਣੀ ਕਿ ਹੁੰਦੇ ਹੈਗੇ ਆ ਜੀ। ਜਿਹੜੀ ਬਿਊਟੀ ਹੈਗੀ ਦੇਖਣ ਵਾਲੀ ਉਹ ਇਹ ਹਾਲ ਹੈ ਵੀ ਇਹ ਲੋਕ ਕਿੰਨੇ ਸਿਵਲਾਈਜ਼ਡ ਹੈ। ਹਾਂ, ਸਿਵਲਾਈਜ਼ ਤਰੀਕੇ ਨਾਲ ਇੱਥੇ ਕੋਈ ਬਲੱਡ ਸ਼ੈਡ ਨਹੀਂ ਹੋ ਰਿਹਾ ਹੈਗਾ, ਬਿਲਕੁਲ ਨਹੀਂ। ਹਾਂਜੀ, ਇੱਥੇ ਐਜ਼ ਅ ਗੁੱਡ ਹਿਊਮਨ ਬੀਇੰਗ, ਐਜ਼ ਅ ਗੁੱਡ ਸਿਵਿਕ ਸੁਸਾਇਟੀ ਜਿਹੜੀ ਹੈਗੀ ਆ, ਉਹਨਾਂ ਨੂੰ ਟੇਬਲ ਤੇ ਬੈਠ ਕੇ ਡਿਸਕਸ਼ਨ ਕਰਦੇ ਇਹ ਸਿਵਿਕ ਤਰੀਕਾ ਹੈਗਾ, ਉਹਨੂੰ ਜਾਣੀ ਕਿ ਉਸ ਪ੍ਰੋਸੈਸ ਦੇ ਵਿੱਚ ਜਾਣਦੇ। ਇੱਥੇ ਸਾਡੇ ਕੋਈ ਮੋਰਚਾ ਨਹੀਂ ਲੱਗਦਾ। ਕੋਈ ਰਾਜਨੀਤਿਕ ਇਹਦੇ ਵਿੱਚ ਜਿਹੜਾ ਜਜ਼ਬਾ, ਕੋਈ ਰਗ ਪਕੜ ਆਉਂਦੀ ਹੈ ਵੀ ਉਹਨਾਂ ਨੇ ਇੰਨੇ ਇਹ ਆਵਾਜ਼ ਕਿਉਂ ਬੁਲੰਦ ਕੀਤੀ? ਪੱਖਪਾਤ ਹੋ ਨਹੀਂ ਰਿਹਾ। ਉਹ ਜਾਣੀ ਕਿ ਜਿਹੜੀ ਜਾਣੀ ਕਿ ਮੈਨੂੰ ਸਮਝ ਲੱਗੀ ਹੈਗੀ ਆ, ਉਹ ਇਹ ਹੈ ਵੀ ਉਹ ਕਹਿੰਦੇ ਨੇ ਵੀ ਕਈ ਜਿਹੜਾ ਜਾਣੀ ਕਿ ਜਦੋਂ ਅਸੀਂ ਵੰਡ ਕਰਦੇ ਹੈਗੇ ਪੈਸੇ ਦੀ ਜੀ, ਉਦੋਂ ਜਾਣੀ ਕਿ ਸਾਡਾ ਪੱਖਪਾਤ ਹੁੰਦਾ। ਜਿਹੜਾ ਵੈਸਟਮਿਨਿਸਟਰ ਹੈਗਾ ਉਹ ਸਾਡੀ ਨਬਜ਼ ਨੂੰ ਨਹੀਂ ਪਛਾਣਦਾ ਹੈ ਵੀ ਸਾਡੇ ਮਸਲੇ ਅਸਲ 'ਚ ਕੀ ਹੈਗੇ ਆ, ਵੀ ਉਹ ਲੰਡਨ ਬੈਠੇ ਜਾਣੀ ਕਿ ਸਾਡੇ ਤੇ ਫੈਸਲੇ ਕਰਦੇ ਤੇ ਸਾਡੇ ਤੇ ਫੈਸਲੇ ਥੋਪਦੇ ਹੈ ਜੀ। ਇਸ ਕਰਕੇ ਜਾਣੀ ਕਿ ਜਿਹੜੇ ਸਾਡੇ ਮਸਲੇ ਲੋਕਲ ਮਸਲੇ ਹੈਗੇ ਸਾਡੇ ਸਕਾਟਲੈਂਡ ਦੂਰੋਂ ਪਾਰੋਂ ਸਾਨੂੰ ਤਾਂ ਇਦਾਂ ਦੱਸਦਾ ਹੁੰਦਾ ਵੀ ਇੱਥੋਂ 3-4 ਲੈਣਾ ਜਾਂਦੀਆਂ, ਉੱਥੇ ਜਾ ਕੇ 2 ਹੋ ਜਾਂਦੀਆਂ। ਹੁਣ ਸਾਨੂੰ ਪਤਾ ਕੁਝ। ਹਾਂਜੀ, ਮਤਲਬ ਯਾਨੀ ਕਿ ਉਹ ਜਿਹੜੇ ਉਹਨਾਂ ਦੇ ਲੀਡਰਸ ਹੈਗੇ ਆ, ਉਹ ਇਹ ਯਾਨੀ ਕਿ ਗੱਲ ਕਹਿ ਰਹੇ ਹੈਗੇ ਲੈ ਸਾਨੂੰ ਜਿਹੜਾ ਹੈਗਾ ਅਸੀਂ ਇਕਨੋਮਿਕਲੀ ਪੈਸੇ ਅਸੀਂ ਜ਼ਿਆਦਾ ਪ੍ਰੋਡਿਊਸ ਕਰਦੇ ਹੈਗੇ ਆ, ਅਸੀਂ ਯਾਨੀ ਕਿ ਇਕਨੋਮਿਕ ਵਿੱਚ ਜਿਹੜਾ ਹੈਗਾ ਜ਼ਿਆਦਾ ਕੰਟਰੀਬਿਊਸ਼ਨ ਕਰਦੇ ਆ, ਪਰ ਸਾਨੂੰ ਯਾਨੀ ਜਿਹੜਾ ਮਿਲਦਾ ਹੈਗਾ ਉਹ ਕੰਪੈਰੀਟਿਵਲੀ ਸਾਨੂੰ ਘੱਟ ਮਿਲਦਾ ਪ੍ਰੋਪੋਰਸ਼ਨੇਟਲੀ। ਇੱਕ ਦਿਨ ਕਿਉਂ ਗੱਲ ਕਰਦੇ, ਜਿੱਦਾਂ ਸਿੰਘਾ ਸਾਹਿਬ ਨੇ ਗੱਲ ਕੀਤੀ ਲੈ ਉੱਥੇ ਮੋਸਟ ਇੰਪੋਰਟੈਂਟ ਜਿਹੜਾ ਐਸਪੈਕਟ ਉਹ ਹੈਗਾ ਇਕਨੋਮਿਕਸ ਦਾ ਹੈ, ਕਿਉਂਕਿ ਉਹਨਾਂ ਕੋਲ ਗੈਸ ਵੀ ਹੈ, ਉਹਨਾਂ ਕੋਲ ਯਾਨੀ ਜਿਹੜਾ ਹੈਗਾ ਬਿਸਕੀ, ਜਿੱਦਾਂ ਆਪਾਂ ਨੂੰ ਪਤਾ ਲੱਗ ਸਾਰੀ ਦੁਨੀਆ ਵਿੱਚ ਸਕਾਚ ਜਾਣੀ ਕਿ ਬਿਸਕੀ ਜਿਹੜੀ ਹੈਗੀ ਆ ਉਹ ਮਸ਼ਹੂਰ ਹੈਗੀ ਆ। ਤੁਹਾਡਾ ਭੰਗੜਾ ਪਊਗਾ ਹਟ ਜੂ ਤੇ ਉਹ ਜਾਣੀ ਕਿ ਜਿਹੜਾ ਭੰਗੜੇ ਵਾਲੀ ਗੱਲ, ਕਿਉਂਕਿ ਪੰਜਾਬੀ ਤਾਂ ਦੁਨੀਆ ਭਰ ਵਿੱਚ ਮੰਨੇ ਆ ਦਾਰੂ ਪੀਣ ਦੀ ਸਭ ਤੋਂ ਜ਼ਿਆਦਾ, ਇਹ ਤਾਂ ਬੰਦਾ ਮਾਰ ਦੇਣਗੇ ਦਾਰੂ। ਤੇ ਇਸ ਕਰਕੇ ਜਿਹੜੀ ਸ਼ਰਾਬ ਦਾ ਜਿਹੜਾ ਮਸਲਾ ਹੈਗਾ ਉਹ ਵੀ ਇੱਕ ਉਹਨਾਂ ਦਾ ਇਕਨੋਮੀ ਵਿੱਚ ਹਿੱਸਾ ਪਾਉਂਦਾ ਹੈਗਾ ਜੀ। ਪਰ ਜਿਹੜੀ ਗੱਲ ਜਾਣੀ ਕਿ ਉਹ ਕਹਿੰਦੇ ਨੇ ਵੀ ਇੱਕ ਤਾਂ ਸਾਨੂੰ ਐਜੂਕੇਸ਼ਨ ਜਿਹੜੀ ਹੈਗੀ ਤੇ NHS ਤੇ ਵੀ ਜਿੱਦਾਂ ਗੱਲ ਸੀ ਕੀਤੀ ਸਿੰਘਾ ਸਾਹਿਬ ਨੇ ਵੀ ਉਹ ਵੀ ਜਿਹੜਾ ਹੈਗਾ ਉਹਨਾਂ ਦਾ ਕੰਪੈਰੀਟਿਵ ਸਾਡੇ ਨਾਲ ਘੱਟ ਹੈ। ਬਾਕੀ ਇਨਕੀ ਲੈਜਿਸਲੇਸ਼ਨ ਜਿਹੜੀ ਗੱਲ ਹੈਗੀ ਆ, ਈਵਨ ਚਾਈਲਡ ਪ੍ਰੋਟੈਕਸ਼ਨ ਦਾ ਵੀ ਜਿਹੜਾ ਹੈਗਾ ਉਹਨਾਂ ਥੋੜਾ ਜਿਹਾ ਫਰਕ ਹੈ ਸਾਡੇ ਨਾਲੋਂ। ਇੱਦਾਂ ਯਾਨੀ ਕਿ ਬਾਕੀ ਵੀ ਯਾਨੀ ਜਿਹੜਾ ਹੈਗਾ ਉਹਨਾਂ ਦਾ ਜੁਡੀਸ਼ੀਅਲ ਸਿਸਟਮ ਹੈਗਾ ਉਹਦੇ ਵਿੱਚ ਵੀ ਥੋੜਾ ਜਿਹੀਆਂ ਤਰਮੀਮਾਂ ਯਾਨੀ ਕਿ ਹੈਗੀਆਂ। ਉਹਦੇ ਨਾਲ ਯਾਨੀ ਕਿ ਜੇ ਫਾਰ ਐਗਜ਼ਾਮਪਲ ਇਹ ਸਾਡੇ ਤੋਂ ਜੁਦੇ ਹੋ ਜਾਂਦੇ ਹੈਗੇ ਆ, ਜੇ ਤਾਂ ਯੂਰਪੀਅਨ ਯੂਨੀਅਨ ਦੇ ਮੈਂਬਰ ਨਹੀਂ, ਅਸੀਂ ਯੂਰਪੀਅਨ ਯੂਨੀਅਨ ਦੇ ਮੈਂਬਰ ਹੈਗਾ ਇੰਗਲੈਂਡ ਵੀ, ਤਾਂ ਫਿਰ ਤਾਂ ਕੋਈ ਨਾ ਖਾਸ ਕੋਈ ਫਰਕ ਨਹੀਂ ਪੈਣਾ ਹੈਗਾ। ਪਰ ਜੇ ਯਾਨੀ ਕਿ ਇੰਗਲੈਂਡ ਜਿਹੜਾ ਹੈਗਾ ਉਹ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਰਹਿੰਦਾ ਹੈਗਾ, ਜਿਹਨੂੰ ਗ੍ਰੇਟ ਬ੍ਰਿਟੇਨ ਕਹਿੰਦੇ, ਕਿਉਂਕਿ ਨਾਲ ਆਪਣੇ ਸਕਾਟਲੈਂਡ ਵੀ ਹੈਗਾ, ਆਪਣਾ ਵੇਲਜ਼ ਵੀ ਹੈਗਾ, ਤੇ ਫਿਰ ਯਾਨੀ ਜਿਹੜਾ ਹੈਗਾ ਵੀਜ਼ੇ ਦਾ ਚੱਕਰ ਪੈ ਸਕਦਾ ਆਪਾਂ ਨੂੰ, ਸਾਨੂੰ ਇਮੀਗ੍ਰੇਸ਼ਨ ਦਾ ਯਾਨੀ ਕਿ ਰੌਲਾ ਪੈ ਸਕਦਾ ਹੈਗਾ, ਤੇ ਉਹਦੇ ਨਾਲ ਯਾਨੀ ਕਿ ਥੋੜੀ ਬਹੁਤ ਦਿੱਕਤ ਆ ਸਕਦੀ ਹੈ। ਬਾਕੀ ਯਾਨੀ ਜਿਹੜਾ ਲੋਕਾਂ ਦਾ ਵਪਾਰ ਇੱਧਰੋਂ ਚੱਲਦਾ, ਐਕਸਪੋਰਟ ਇੰਪੋਰਟ ਦਾ ਕੰਮ ਉੱਥੇ ਹੁੰਦਾ ਹੈਗਾ, ਉਹਦੇ ਤੇ ਵੀ ਇੰਪੈਕਟ ਪੈ ਸਕਦਾ। ਤੇ ਵੈਸੇ ਤਾਂ ਮੈਨੂੰ ਯਾਨੀ ਕਿ ਕੋਈ ਇੱਦਾਂ ਨਹੀਂ ਲੱਗਦਾ ਹੈਗਾ ਜੇ ਤੁਸੀਂ ਕਹੋ ਵੀ ਬਿਲਕੁਲ ਹੀ ਡਿਜ਼ਾਸਟਰ ਆ ਜਾਣਾ ਹੈਗਾ, ਇੱਦਾਂ ਦੀ ਕੋਈ ਗੱਲ ਨਹੀਂ ਦੱਸਦੀ ਹੈ। ਪਰ ਇਹਨਾਂ ਤੋਂ ਲਰਨ ਕਰਨ ਵਾਲੀ ਜ਼ਰੂਰ ਹੈ। ਯਾਨੀ ਕਿ ਜਿਹੜੀ ਮੈਨੂੰ ਜਿਸ ਚੀਜ਼ ਨੇ ਹਾਈਲਾਈਟ ਕੀਤਾ ਹੈਗਾ ਵੀ ਉਹਨਾਂ ਦਾ ਨੋਟ ਦਾ ਵੀ ਜੇ ਰੌਲਾ ਪੈ ਰਿਹਾ ਵੀ ਕਰੰਸੀ ਕੀ ਹੋਊਗੀ। ਤੁਹਾਨੂੰ ਵਿਆਹ ਲਈ ਉਹ ਵੀ ਨਹੀਂ ਮਿਲਣਾ ਫਿਰ ਸਕਾਟਲੈਂਡ ਨੂੰ, ਉਹ ਯਾਨੀ ਉਹ ਤਾਂ ਮੇਰਾ ਖਿਆਲ ਹੁਣ ਵੀ ਨਹੀਂ ਮਿਲਦਾ, ਉਹ ਵੀ ਬੰਦ ਹੋਇਆ ਹੈਗਾ ਹੁਣ। ਤੇ ਪਰ ਇੱਦਾਂ ਹੈਗਾ ਵੀ ਜਿੱਦਾਂ ਇਹਨਾਂ ਦੀ ਜਿਹੜੀ ਡਿਬੇਟ ਹੋਈ ਹੈਗੀ ਆ, ਉਹਦੇ ਵਿੱਚ ਅਲਸਟਰ ਡਾਰਲਿੰਗ ਸੀਗਾ ਤੇ ਦੂਜਾ ਜਿਹੜਾ ਇਹਨਾਂ ਦਾ ਲੀਡਰ ਸੀਗਾ ਐਲੈਕਸ ਸਾਮਨ ਸੀਗਾ। ਉਹਦੇ ਵਿੱਚ ਇਹ ਦੇਖਣ ਚ ਆਇਆ ਹੈਗਾ ਵੀ ਜਿਹੜਾ ਇਹਨਾਂ ਦਾ ਸਾਮਨ ਜਿਹੜਾ ਹੈਗਾ ਲੀਡਰ ਆ ਉਹ ਜਿੱਤ ਗਿਆ, ਯਾਨੀ ਕਿ ਹੁਣ ਜਿਹੜੀ ਰੀਸੈਂਟ ਹੋਈ ਹੈ ਡਿਬੇਟ, ਤੇ ਉਹਨੇ ਯਾਨੀ ਕਿ ਜਿਹੜੇ ਪੁਆਇੰਟਸ ਦਿੱਤੇ ਹੈਗੇ ਆ, ਤੇ ਅਲਸਟਰ ਡਾਰਲਿੰਗ ਜਿਹੜਾ ਹੈਗਾ ਉਹ ਉਹਨਾਂ ਦੇ ਪੁਆਇੰਟਸ ਦਾ ਕੋਈ ਠੀਕ ਤਰ੍ਹਾਂ ਜਵਾਬ ਨਹੀਂ ਦੇ ਸਕਿਆ। ਪਰ ਕਰੰਸੀ ਦਾ ਅਜੇ ਵੀ ਰੌਲਾ ਪੈਂਦਾ ਵੀ ਕਰੰਸੀ ਕੀ ਹੋਊਗਾ, ਬਈ ਦੇਖੋ ਫਿਊਚਰ ਵਿੱਚ ਕੀ ਬਣਦਾ ਹੈਗਾ। ਪਰ ਮੈਨੂੰ ਇਹ ਲੱਗਦਾ ਹੈਗਾ ਜੇ ਉਹਨਾਂ ਦਾ ਵਾਕਈ ਲੋਕਲ ਮੈਜੋਰਟੀ ਕਹਿੰਦੇ ਹੈਗੇ ਸਾਨੂੰ ਸੈਪਰੇਟ ਚਾਹੀਦਾ, ਤੇ ਲੈਟ
let them enjoy it. Who knows ਵੀ ਕੱਲ੍ਹ ਨੂੰ ਫਿਰ ਯੂਨਾਈਟ ਵੀ ਹੋ ਸਕਦੇ ਆ। ਜੀ ਜੀ, ਇਸ ਪਲੇਟਫਾਰਮ ਤੇ ਸ਼ਾਮੂ ਸਾਹਿਬ ਆਪਣੇ MC ਸਾਹਿਬ ਪਹਿਲਾਂ ਵੀ ਗੱਲ ਹੋਈ ਆ ਸਿਵਿਕ ਫੋਰਸਿਸ ਦੀ, ਜਾਂ ਇਹ ਇੱਕ ਜਿਹਨੂੰ ਆਪਾਂ ਅੰਤਰਾਤਮੇ ਦਾ ਅਨੁਸ਼ਾਸਨ ਕਹਿ ਸਕਦੇ ਹਾਂ, ਇੱਕ ਡਿਸਿਪਲਿਨ ਕਹਿ ਸਕਦੇ ਹਾਂ, ਇੱਕ ਅਗਾਂਹ ਵਧੂ ਸੁਸਾਇਟੀਆਂ ਦੇ ਬਹੁਤ ਵਧੀਆ ਲੱਛਣ ਕਹਿ ਸਕਦੇ ਹਾਂ ਕਿ ਕੋਈ ਮਸਲਾ ਬੈਠ ਕੇ ਹੱਲ ਕਰ ਲੈਂਦੇ ਨੇ। ਪੰਜਾਬ ਵਿੱਚ ਵੀ ਫੈਡਰਲ ਜਿਹੜਾ ਆਪਣੇ ਉਹ ਫੈਡਰਲਿਜ਼ਮ ਦਾ ਚੱਲਿਆ ਇਸ਼ੂ, ਬੜਾ ਖੂਨ ਖਰਾਬਾ ਵੀ ਹੋਇਆ, ਬਹੁਤ ਕੁਛ ਹੋਇਆ। ਹਿੰਦੁਸਤਾਨ ਦੇ ਬਾਕੀ ਖਿੱਤਿਆਂ 'ਚ ਵੀ ਥੋੜ੍ਹੀ ਬਹੁਤੀ ਗੱਲ ਚੱਲ ਰਹੀ ਆ ਕਿ ਫੈਡਰਲ ਸਿਸਟਮ ਹੋਣਾ ਚਾਹੀਦਾ, ਕੇਂਦਰ ਕੋਲ ਅਧਿਕਾਰ ਜ਼ਿਆਦਾ ਨੇ। ਸਾਡਾ ਤੇ ਇਹਨਾਂ ਦਾ ਕੀ ਫਰਕ ਹੈ ਜੀ? ਸਾਡਾ ਤੇ ਇਹਨਾਂ ਦਾ ਬਹੁਤ ਫਰਕ ਹੈ ਜੀ, ਕਿਉਂਕਿ ਸਾਡਾ ਜਿਹੜਾ ਹੁਣ ਇੱਥੇ ਦਾ ਸਮਝੌਤਾ ਹੋ ਰਿਹਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਅੱਗੇ ਦੱਸਿਆ, ਡਾਕਟਰ ਸਾਹਿਬ ਨੇ, ਵੀ ਕਿੰਨੇ ਆਰਾਮ ਦੇ ਨਾਲ ਬਹਿ ਕੇ ਟੇਬਲ ਤੇ ਗੱਲਾਂ ਹੁੰਦੀਆਂ ਆ ਉਹਨਾਂ ਦੀਆਂ, ਵੀ ਅਸੀਂ ਆਪਣਾ ਜਿਹੜਾ ਸਕਾਟਲੈਂਡ ਆ ਅਸੀਂ ਉਹਨੂੰ ਅਲੱਗਾ ਕਰਨਾ ਚਾਹੁੰਦੇ ਹਾਂ, ਚਾਹੇ ਉਹ ਆਪਣੇ ਆਪ ਸੋਚਦੇ ਆ ਵੀ ਇਕਨੋਮਿਕਲੀ ਅਸੀਂ ਬੈਟਰ ਆਫ ਹੋਵਾਂਗੇ ਜੀ, ਪਰ ਹੂ ਨੋਸ ਕੱਲ੍ਹ ਨੂੰ ਕੀ ਪਤਾ ਤੇਲ ਹੈਗਾ ਜਾਂ ਨਹੀਂ ਹੈਗਾ। ਬਾਕੀ ਜਿਹੜਾ ਇਕਨੋਮੀ ਤੇ ਸਾਰੀ ਤੇ ਫਰਕ ਪਊਗਾ, ਉਹ ਬ੍ਰਿਟਨ ਦੀ ਇਕਨੋਮੀ ਤੇ ਵੀ ਫਰਕ ਪਊਗਾ ਉਹਨਾਂ ਦੀ ਸੈਪਰੇਟ ਹੋਣ ਦੇ ਨਾਲ। ਜੀ, ਜਿਹੜੀਆਂ ਸਹੂਲਤਾਂ ਉਹਨਾਂ ਨੂੰ ਹੁਣ ਮਿਲਦੀਆਂ, ਹੋ ਸਕਦਾ ਉਹ ਉਹਨਾਂ ਨੂੰ ਹੋਰ ਜ਼ਿਆਦਾ ਇੰਪਰੂਵ ਕਰ ਲੈਣ। ਜੀ, ਹੂ ਨੋਸ, ਇਹ ਪਤਾ ਨਹੀਂ ਹੈ ਕੱਲ੍ਹ ਨੂੰ ਕੀ ਹੋਣਾ। ਹਾਂਜੀ, ਇਹ ਸਿਰਫ ਥਿੰਕਿੰਗ ਹੈ ਉਹਨਾਂ ਦੀ। ਪਰ ਇੱਕ ਗੱਲ ਨੂੰ ਮੈਂ ਸਲੂਟ ਜ਼ਰੂਰ ਕਰੂੰਗਾ ਵੀ ਇੰਨੇ ਸਾਲ ਹੋ ਗਏ ਉਹਨਾਂ ਨੂੰ, ਆਰਾਮ ਦੇ ਨਾਲ ਉਹ ਬੈਠੇ ਆ, ਗੱਲ ਕਰਦੇ ਆ, ਬਹਿ ਜਾਂਦੇ ਆ, ਇੱਕ ਇਸ਼ੂ ਨੂੰ ਅੱਗੇ ਲੈ ਜਾਂਦੇ ਆ, ਚਲੋ ਹੁਣ ਉਹ ਸਕਸੈਸ ਤੇ ਪਹੁੰਚਣ ਵਾਲੇ ਆ। ਆਖਰੀ ਫੈਸਲਾ ਲੋਕਾਂ ਨੇ ਕਰਨਾ, ਲੇਕਿਨ ਜਿਹੜੀਆਂ ਧਿਰਾਂ ਨੇ ਆਗੂ ਧਿਰਾਂ, ਉਹਨਾਂ ਨੇ ਉਸ ਮੁੱਦੇ ਨੂੰ ਗੁੰਮਰਾਹ ਨਹੀਂ ਕੀਤਾ, ਲੋਕਾਂ ਦਾ ਬਲੱਡ ਸ਼ੈਡ ਨਹੀਂ ਕੀਤਾ। ਬੜੀ ਵੱਡੀ ਗੱਲ ਹੈ ਜੀ। ਬਿਲਕੁਲ, ਦੇਖੋ ਹੁਣ ਦੇਖੇ ਹੀ ਆ, ਆਜ਼ਾਦੀ ਹੋਈ ਕਿੰਨਾ ਨੁਕਸਾਨ ਹੋਇਆ, ਜੀ ਜੀ, ਮੁਲਕ ਦੇ ਮੁਲਕ ਤਬਾਹ ਹੋ ਗਏ, ਦੁਨੀਆ ਮਰ ਗਈ, ਗਾਂ ਅਸੀਂ ਸਪਲਿਟ ਹੋਏ, ਕਿੰਨਾ ਫਸਾਦ ਹੋਇਆ। ਇਹ ਸਾਰੀਆਂ ਗੱਲਾਂ ਤੋਂ ਬਚ ਕੇ ਸਾਨੂੰ ਕੁਝ ਸਿੱਖਣ ਦੀ ਵੀ ਲੋੜ ਹੈ ਨਾ ਲੋਕਾਂ ਤੋਂ। ਬਿਲਕੁਲ ਵੀ ਦੇਖੋ ਉਹ ਸ਼ਾਂਤੀ ਦੇ ਨਾਲ ਕਿਸ ਤਰ੍ਹਾਂ ਇਹ ਕੰਮ ਕਰਦੇ ਆ, ਤੇ ਦੂਸਰਿਆਂ ਨੂੰ ਵੀ ਸਿੱਖਣ ਦੀ ਲੋੜ ਹੈ ਜੀ। ਕਾਲੀਆ ਸਾਹਿਬ, ਤੁਸੀਂ ਇਸ ਮੁੱਦੇ ਤੇ ਕੀ ਵਿਚਾਰ ਦਿਓਗੇ ਜੀ? ਦੇਖੋ, ਜਿਸ ਤਰ੍ਹਾਂ 300 ਸਾਲ ਇੰਗਲੈਂਡ ਨੇ ਰੂਲ ਕੀਤਾ, ਉਹਨਾਂ ਤੇ ਜੋ ਵੀ ਕੋਈ ਕਾਨੂੰਨ ਹੁੰਦਾ ਉਹ ਲੰਡਨ ਤੋਂ ਹੁੰਦਾ ਹੈ। ਕਿਹੜਾ ਬੰਦਾ ਕਹੂਗਾ ਕਿ ਮੈਂ ਸਾਰੀ ਉਮਰ ਵਾਸਤੇ, ਹਮੇਸ਼ਾ ਵਾਸਤੇ ਕਿਸੇ ਦਾ ਗੁਲਾਮ ਹੋ ਕੇ ਬੈਠਾ? ਉਹਨਾਂ ਨੂੰ ਇਹ ਹੱਕ ਹੈਗਾ ਕਿ ਅਗਰ ਉਹ ਇੰਡੀਪੈਂਡੈਂਟ ਹੋਣਾ ਚਾਹੁੰਦੇ ਹੈ ਤਾਂ ਹੋਣ ਦਿਓ। ਪਰ ਇਹਨਾਂ ਆਪਣਾ ਔਰ ਇੰਗਲੈਂਡ ਦਾ ਇੰਨਾ ਹੀ ਫਰਕ ਹੈ, ਇੰਡੀਆ ਦਾ ਤਾਂ ਇੱਥੇ ਦਾ ਇਹੀ ਫਰਕ ਹੈ ਕਿ ਟੇਬਲ ਤੇ ਬਹਿ ਕੇ ਕਰਦੇ ਜੀ। ਸਾਡੇ ਲੜਾਈ ਝਗੜੇ ਤੋਂ ਬਿਨਾਂ ਕੋਈ ਕੰਮ ਹੁੰਦਾ ਜੀ। ਤੇ ਹੁਣ ਜਿਹੜਾ ਦੂਸਰਾ ਜਿਹੜਾ ਇਹਨਾਂ ਦਾ ਫਾਈਨੈਂਸ ਦਾ ਹੈਗਾ ਜੀ, ਤੇਲ ਦਾ ਜਾਂ ਗੈਸ ਦਾ ਕਿਸੇ ਨੂੰ ਨਹੀਂ ਪਤਾ ਕਿ ਕਿੰਨੀ ਦੇਰ, ਕਿਉਂਕਿ ਇਹ ਨੈਚੁਰਲ ਚੀਜ਼ ਹੈ ਜੀ। ਪਰ ਜਦ ਕੋਈ ਬੰਦਾ ਵੀ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਆਦਮੀ ਆ ਕੇ ਮੇਰੇ ਘਰ ਦੇ ਉੱਤੇ ਰੂਲ ਕਰੇ। ਇਸ ਕਰਕੇ ਹੁਣ ਇਹ ਹੈ ਕਿ ਅਗਰ ਉਹ ਚਾਹੁੰਦੇ ਹੀ ਹੈ ਤਾਂ ਅਗਰ ਕਰ ਦੇਣਗੇ ਸੁਲ੍ਹਾ ਦੇ ਨਾਲ, ਤੇ ਇੰਗਲੈਂਡ ਲਈ ਵੀ ਬੈਟਰ ਹੈ, ਸਕਾਟਲੈਂਡ ਲਈ ਵੀ ਬੈਟਰ ਹੈ। ਅਗਰ ਨਾ ਕਰਨਗੇ, ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ, ਇੱਕ ਨਾ ਇੱਕ ਦਿਨ ਤਾਂ ਇਹਨਾਂ ਨੂੰ ਫਰੀਡਮ ਉਹਨਾਂ ਨੂੰ ਮੰਗਣੀ ਜਿਹੜੀ ਚੀਜ਼ ਸ਼ੁਰੂ ਹੋਈ ਹੈ ਜੀ, ਉਹ ਕਿਸੇ ਨਾ ਕਿਸੇ ਪਾਸੇ ਦਾ ਉਹਨਾਂ ਲਾਣੀ ਹੀ ਆਪਣੀ ਜੀ, ਕਿ ਉਹ ਇਹ ਨਹੀਂ ਜਾਣਗੇ ਕਿ ਹਰ ਵੇਲੇ ਕੋਈ ਵੀ ਡਿਸੀਜਨ ਬਣਾਉਣ ਤੇ ਲੰਡਨ ਗਵਰਨਮੈਂਟ ਹੀ ਬਣਾਵੇ, ਉੱਥੇ ਦੀ ਉਹਨਾਂ ਦੀ ਆਪਣੀ ਕੋਈ ਸੁਣਾਈ ਨਾ ਹੋਵੇ। ਸੁਣਾਈ ਜੇ ਹੁੰਦੀ ਵੀ ਹੈ, ਉਹ ਪਹਿਲਾਂ ਉਹਨਾਂ ਦੀ ਗੱਲ ਸੁਣਨ ਬਦਲੇ ਆਪਣੀ ਥੋਪਣ ਦੀ ਇਹ ਕਰਦੇ ਕਿ ਵੀ ਸਾਡਾ ਜੋ ਅਸੀਂ ਕਾਨੂੰਨ ਬਣਾਇਆ ਉਹ ਠੀਕ ਹੈ। ਸੋ ਤੁਸੀਂ ਸੋਚਦੇ ਹੋ ਕਿ ਪੱਖਪਾਤ ਕਿਤੇ ਨਾ ਕਿਤੇ ਕੁਝ ਹੋ ਰਿਹਾ? ਇਹ ਜਿਹੜੀ ਚੀਜ਼ ਸ਼ੁਰੂ ਹੁੰਦੀ ਇਸ ਤਰ੍ਹਾਂ, ਘਰ ਚਲਾ ਲਓ, ਜਿਸ ਵੇਲੇ ਇੱਕ ਵਾਰੀ ਅਲੱਗ ਹੋਣਾ ਸ਼ੁਰੂ ਹੋ ਜਾਂਦਾ ਜੀ ਜੀ, ਉਹ ਹੋ ਕੇ ਹੀ ਹਟਦਾ। ਰੋਜ਼ ਦੀ ਲੜਾਈ ਝਗੜੇ ਨਾਲੋਂ ਇਹ ਹੈ ਕਿ ਇਹਨਾਂ ਦਾ ਇਹੀ ਫਰਕ ਹੈ ਕਿ ਪੀਸ ਨਾਲ ਕਰ ਰਹੇ ਹੈ, ਸਾਡੀਆਂ ਦਾ ਇਹ ਲੜਾਈ ਝਗੜੇ ਤੋਂ ਬਿਨਾਂ ਕਦੇ ਹੁੰਦੀ। ਵਿਸ਼ੇਸ਼ ਸਾਹਿਬ, ਮੈਂ ਤੁਹਾਨੂੰ ਪੁੱਛਦਾ ਸੀਗਾ ਵੀ ਆਮ ਤੌਰ ਤੇ ਮੁੱਦਾ ਹੁੰਦਾ ਧਰਮ ਦਾ, ਆਮ ਤੌਰ ਤੇ ਮੁੱਦਾ ਹੁੰਦਾ ਹੈਗਾ ਨਸਲ ਦਾ, ਰੇਸ ਦਾ, ਬੋਲੀ ਦਾ ਮੁੱਦਾ ਵੀ ਹੋ ਸਕਦਾ। ਇਹਨਾਂ ਦਾ ਕੋਈ ਵੀ ਮੁੱਦਾ ਹੈ ਨਹੀਂ ਜੀ, ਇਹਨਾਂ ਕੋਲ ਤਾਂ ਕੋਈ ਕਾਰਨ ਹੀ ਨਹੀਂ, ਤਾਂ ਸਾਰੇ ਇੱਕੋ ਜਿਹੇ ਨਹੀਂ ਸਾਰੇ। ਨਹੀਂ, ਸੰਸਕ੍ਰਿਤੀ ਕਲਚਰ 'ਚ ਥੋੜਾ ਫਰਕ ਤਾਂ ਹੈਗਾ ਜੀ, ਉਹਦੇ ਕਰਕੇ ਇਹ ਬੱਚੇ। ਤੁਸੀਂ ਕਿਹਾ ਕਿ ਇੰਡੀਆ 'ਚ ਇਸ ਤਰ੍ਹਾਂ ਦੀ ਪ੍ਰੋਬਲਮ ਕਿਉਂ ਹੁੰਦੀ ਜੀ? ਇੰਡੀਆ ਤਾਂ ਇੱਕ ਪਹਿਲਾਂ ਹੀ ਜੁਦੇ ਸੀਗੇ ਜੀ, ਇਹਨਾਂ ਨੂੰ ਜ਼ਬਰਦਸਤੀ ਇੰਗਲੈਂਡ ਲਿਆ ਹੈ। ਨਹੀਂ, ਇੰਡੀਆ ਵੀ ਇੱਕ ਨਹੀਂ ਰਿਹਾ ਕਦੇ ਇਤਿਹਾਸਕ ਤੌਰ ਤੇ। ਨਹੀਂ, ਇਤਿਹਾਸਕ ਤੌਰ ਤੇ ਜਿਹੜਾ ਅੱਜ ਕੱਲ੍ਹ ਹੈਗਾ, ਉਹ ਤਾਂ ਗੋਰਿਆਂ ਨੇ ਕੀਤਾ ਨਾ, ਪਹਿਲਾਂ ਤਾਂ ਹੈ ਹੀ ਨਹੀਂ ਸੀ, ਵੱਖਰੀਆਂ ਸਟੇਟਾਂ ਰਹੀਆਂ ਜੀ। ਅੱਛਾ, ਦੂਜਾ ਇਹ ਕਿ ਇਹਨਾਂ ਦੀ ਕਲਚਰ ਸੰਸਕ੍ਰਿਤੀ ਥੋੜਾ ਤਾਂ ਇੰਗਲੈਂਡ ਦੇ ਨਾਲ ਜੁਦੀ ਹੈ ਜੀ, ਔਰ ਅਧਿਕਾਰ ਤਾਂ ਪਹਿਲਾਂ ਹੀ ਸਕਾਟਲੈਂਡ ਦੇ ਜ਼ਿਆਦਾ ਸੀਗੇ। ਇਹਨਾਂ ਦਾ ਸਕਾਟਿਸ਼ ਕਾਨੂੰਨ ਜ਼ਿਆਦਾ ਆਪਣਾ ਜੁਦਾ ਹੈ, ਅਸੈਂਬਲੀ ਵੀ ਥੋੜ੍ਹੇ ਸਾਲ ਪਹਿਲਾਂ ਉਹਨਾਂ ਦੀ ਜੁਦੀ ਹੋ ਗਈ। ਅਧਿਕਾਰ ਤਾਂ ਪਹਿਲਾਂ ਹੀ ਜ਼ਿਆਦਾ ਉਹਨਾਂ ਦੇ ਕੋਲ ਹੈਗੇ, ਪਰ ਹੁਣ ਇੰਡੀਪੈਂਡੈਂਟ ਉਹ ਚਾਹੁੰਦੇ ਆ, ਜੇ ਹੁੰਦੇ ਤਾਂ ਠੀਕ ਹੈ। ਹੋਣ ਦੇ ਨਾਲ ਉਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੈਗਾ ਮੇਰੇ ਹਿਸਾਬ ਦੇ ਨਾਲ, ਇੰਗਲੈਂਡ ਨੂੰ ਹੀ ਉਹਦਾ ਨੁਕਸਾਨ, ਕਿਉਂਕਿ ਇਹਨਾਂ ਦਾ ਇੱਕ ਨਾਂ ਆ ਯੂਨਾਈਟਿਡ ਕਿੰਗਡਮ, ਉਹ 'ਚ ਵੀ ਫਰਕ ਹੈ, ਪੈਸੇ 'ਚ ਵੀ ਉਹਨਾਂ ਨੂੰ ਫਰਕ ਪਊਗਾ।
ਬਾਕੀ ਜੇ ਨੁਕਸਾਨ ਹੁੰਦਾ ਜਿਹਦੇ ਹੋਣ ਦੇ ਨਾਲ ਇੰਗਲੈਂਡ ਨੂੰ ਹੈ, ਸਕਾਟਲੈਂਡ ਨੂੰ ਮੇਰੇ ਹਿਸਾਬ ਦੇ ਨਾਲ ਕੋਈ ਨੁਕਸਾਨ ਨਹੀਂ। ਬਹੁਤ ਮਿਹਰਬਾਨੀ ਜੀ। ਆਪਣੇ ਸਿੰਘਾ ਸਾਹਿਬ, ਇਹਦਾ ਜਿਹੜਾ ਹੈਗਾ ਨਾ ਕੌਮਾਂਤਰੀ ਜਿਹੜਾ ਹੈਗਾ ਇਹਦਾ ਅਸਰ ਇੰਟਰਨੈਸ਼ਨਲ ਤੌਰ ਤੇ, ਕਿਉਂਕਿ ਜੇ ਆਪਾਂ ਅਮਰੀਕਾ ਨੂੰ ਥਾਣੇਦਾਰ ਕਹਿੰਦੇ ਦੁਨੀਆ, ਤਾਂ ਇਹ ਉਹਦਾ ਮੁਨਸ਼ੀ ਰੱਖ ਲਓ। ਹਾਂਜੀ। ਤੇ ਜੇ ਇਹ ਗੱਲ ਹੋ ਜਾਂਦੀ ਤਾਂ ਇੱਦਾਂ ਲੱਗਦਾ ਕਿ ਇਹ ਤੇ ਅਸਰ ਪਏਗਾ, ਬਹੁਤ ਜ਼ਿਆਦਾ ਪਏਗਾ। ਦੇਖੋ ਚੀਜ਼ ਹੈਗੀ ਹੈ ਕਿ ਸਕਾਟਲੈਂਡ ਦੇ ਵਿੱਚ ਇੱਕ ਦੋ ਨੁਕਤੇ ਜਿਹੜੇ ਪਹਿਲਾਂ ਤੁਸੀਂ ਰੇਜ਼ ਕੀਤੇ ਨਾ, ਉਹ ਵੀ ਕਲੀਅਰ ਕਰ ਲਈਏ ਜੀ। ਸਕਾਟਲੈਂਡ ਦੇ ਵਿੱਚ ਕੈਲਟਿਕ ਜ਼ੁਬਾਨ ਦਾ ਕਾਫੀ ਪ੍ਰਭਾਵ ਹੈਗਾ ਅੰਡਰਲਾਈਂਗ, ਭਾਵੇਂ ਉਹ ਮਤਲਬ ਕਿ ਫੰਕਸ਼ਨਲ ਲੈਂਗੁਏਜ ਨਹੀਂ ਹੈਗੀ, ਪਰ ਫਿਰ ਵੀ ਕੈਲਟਿਕ ਦਾ ਵੈਸੇ ਹੈਰਾਨੀ ਬੜੀ ਆ ਕਿ ਵੈਲਸ਼ ਦਾ ਇਸ ਤਰ੍ਹਾਂ ਖਤਮ ਹੀ ਹੋ ਜਾਣਾ, ਗੱਲ ਬੜੀ ਹੈਰਾਨੀ। ਹਾਂ ਉਧਰ। ਤੇ ਦੂਸਰਾ ਹੈਗਾ ਕਿ ਆਇਰਿਸ਼ ਕਲਚਰ ਦਾ ਕਾਫੀ ਪ੍ਰਭਾਵ ਹੈਗਾ ਸਕਾਟਲੈਂਡ ਦੇ ਵਿੱਚ, ਕਿਉਂਕਿ ਲਾਗੇ ਕਰਕੇ ਜੀ। ਤੇ ਤੀਸਰਾ ਹੈਗਾ ਕਿ ਸਕਾਟਲੈਂਡ ਵਿੱਚ ਕੈਥੋਲਿਸਿਜ਼ਮ ਦਾ ਕਾਫੀ ਪ੍ਰਭਾਵ ਹੈਗਾ। ਜਿਹੜਾ ਚਰਚ ਆਫ ਇੰਗਲੈਂਡ ਹੈ ਕੈਥੋਲਿਸਿਜ਼ਮ, ਉਹ ਨਾਲ ਥੋੜਾ ਵੇਰੀਏਸ਼ਨ ਹੈਗੀ ਹੈ, ਆਪਾਂ ਨੂੰ ਇਤਿਹਾਸਕ ਤੌਰ ਤੇ ਪਤਾ, ਖੈਰ ਇਧਰ ਨੂੰ ਨਾ ਜਾਂਦੇ ਹੋਏ। ਤੇ ਚੌਥਾ ਇਹ ਹੈਗਾ ਕਿ ਸਕਾਟਲੈਂਡ ਦੀ ਜਿਹੜੀ ਪੋਲਿਟਿਕਸ ਆ ਉਹ ਥੋੜੀ ਜਿਹੀ ਲੈਫਟ ਨੂੰ ਆ, ਜਿਹੜੀ ਇੰਗਲਿਸ਼ ਪੋਲਿਟਿਕਸ ਆ ਥੋੜੀ ਜਿਹੀ ਰਾਈਟ ਨੂੰ ਹੈਗੀ ਆ। ਤੇ ਪੰਜਵਾਂ ਨੁਕਤਾ ਹੈਗਾ ਕਿ ਉਹ ਨਿਊਕਲੀਅਰ ਫ੍ਰੀ ਹੋਣਾ ਚਾਹੁੰਦੇ ਆ, ਵੀ ਇੱਥੇ ਕੋਈ ਵੀ ਜਿਹੜੇ ਨਿਊਕਲੀਅਰ ਇੰਸਟਾਲੇਸ਼ਨ ਆ ਅਮਰੀਕਾ ਦੇ ਜਾਂ ਉਹ ਨਹੀਂ ਹੋਣੇ ਚਾਹੀਦੇ ਜੀ। ਤੇ ਦੂਸਰਾ ਮਤਲਬ ਕਿ ਗ੍ਰੀਨ ਪੀਸ 'ਚ ਹੋਰ ਸਾਰੀਆਂ ਗੱਲਾਂ ਗ੍ਰੀਨ ਮੂਵਮੈਂਟ ਦੇ ਵਿੱਚ ਕਾਫੀ ਵਿਸ਼ਵਾਸ ਕਰਦੇ ਆ। ਇਹ ਤਾਂ ਮਤਲਬ ਕਿ ਮੇਨ ਤੌਰ ਤੇ ਜਿਹੜੇ ਰਾਜਨੀਤਿਕ ਹੈਗੇ ਆ, ਪਰ ਇੰਟਰਨੈਸ਼ਨਲੀ ਇਹਦੇ ਵਿੱਚ ਸਕਾਟਲੈਂਡ ਜਿਹੜੀ ਪੋਜੀਸ਼ਨ ਆ ਬੜੀ ਕਨਫਿਊਜ਼ਡ ਆ। ਇੱਕ ਪਾਸੇ ਦਾ ਕਿ ਅਮਰੀਕਾ ਨੂੰ ਕਹਿੰਦੇ ਵੀ ਜਿਹੜੇ ਨਿਊਕਲੀਅਰ ਜਿਹੜੇ ਇੰਸਟਾਲੇਸ਼ਨ ਆ ਉਹ ਇੱਥੋਂ ਅਸੀਂ ਖਤਮ ਕਰ ਦਿਆਂਗੇ ਆਉਂਦੇ 10 15 20 ਸਾਲ ਜੋ ਵੀ ਸੰਧੀ ਹੋਵੇ, ਪਰ ਦੂਜੇ ਪਾਸੇ ਕਹਿੰਦੇ ਵੀ ਅਸੀਂ ਸਿਕਿਉਰਿਟੀ ਆਪਣੀ ਨੈਟੋ ਤੋਂ ਲਵਾਂਗੇ। ਤੇ ਨੈਟੋ ਤਾਂ UK ਫਰਾਂਸ ਤੇ USA ਲੈਡ ਹੈਗੀ ਆ, ਉਹਦੇ ਨਾਲ ਜਿਹੜੀ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ। ਇਹਦੇ ਨਾਲ ਜਿਹੜੇ ਸਕਾਟਲੈਂਡ ਦੇ ਲੋਕ ਵੀ ਆ ਉਹ ਵੀ ਕੁਐਸਚਨ ਮਾਰਕ ਕਰਦੇ ਹੈਗੇ ਵੀ ਜਿਹੜੀ SNP ਹੈਗੀ ਉਹਦੀ ਨੀਤੀ ਸਪਸ਼ਟ ਨਹੀਂ ਹੈਗੀ। ਤੁਸੀਂ ਇਹ ਕਿਵੇਂ ਕਰ ਸਕਦੇ ਵੀ ਜੇ ਅਸੀਂ ਰਹਿਣਾ ਹੈਗਾ ਨੈਟੋ ਦੇ ਅੰਬਰੇਲੇ ਥੱਲੇ, ਤੇ ਨੈਟੋ ਇੱਕ ਨਿਊਕਲੀਅਰ ਪਾਵਰ ਹੈਗੀ ਆ, ਤੇ ਵੱਡੇ ਜਿਹੜੇ ਦੇਸ਼ ਹੈ ਨਿਊਕਲੀਅਰ ਪਾਵਰ ਰਸ਼ੀਆ ਤੋਂ ਬਿਨਾਂ ਜਾਂ ਚਾਈਨਾ ਤੋਂ ਬਿਨਾਂ ਉਹ ਇਹਦੇ ਵਿੱਚ ਹੈਗੇ ਆ। ਤੇ ਇੱਕ ਤਾਂ ਕੁਐਸਚਨ ਇਹ ਖੜਾ ਹੁੰਦਾ। ਤੇ ਦੂਜਾ ਇਹ ਹੈਗਾ ਕਿ ਰੀਸੈਂਟਲੀ ਸਕਾਟਲੈਂਡ ਦੀਆਂ ਤਕਰੀਬਨ 130 ਤੋਂ ਵੱਧ ਵੱਡੀਆਂ ਕਾਰਪੋਰੇਸ਼ਨਾਂ ਨੇ ਜਿਹੜਾ ਸਕਾਟਲੈਂਡ ਦਾ ਨੈਸ਼ਨਲ ਨਿਊਜ਼ਪੇਪਰ ਹੈਗਾ ਸਕਾਟਸਮੈਨ, ਉਹਦੇ ਵਿੱਚ ਆਪਣਾ ਲੈਟਰ ਛਾਪਿਆ ਹੈਗਾ ਕਿ ਅਗਰ ਸਕਾਟਲੈਂਡ ਜੁਦਾ ਹੋ ਜਾਂਦਾ ਤਾਂ ਉਹਦਾ ਇੰਟਰਨੈਸ਼ਨਲ ਟ੍ਰੇਡ ਨੂੰ, ਰਿਸਰਚ ਡਿਵੈਲਪਮੈਂਟ, ਇੰਪੋਰਟ ਐਕਸਪੋਰਟ ਤੇ ਨੁਕਸਾਨ ਦੇ ਅਸਰ ਪਏਗਾ, ਤੇ ਅਸੀਂ ਸਮਝਦੇ ਪਏ ਨਹੀਂ ਹੋਣਾ ਚਾਹੀਦਾ। ਤੇ ਤੀਜੀ ਗੱਲ ਇਹ ਹੈਗੀ ਹੈ ਕਿ ਜਿਹੜੀਆਂ ਬ੍ਰਿਟਿਸ਼ UK ਲੈਵਲ ਪਾਰਟੀਆਂ ਹੈਗੀਆਂ, ਲੇਬਰ, ਕੰਜ਼ਰਵੇਟਿਵ, ਲਿਬਰਲ ਡੈਮੋਕ੍ਰੇਟ, ਉਹਨਾਂ ਨੇ ਆਲਰੇਡੀ ਕਿਹਾ ਕਿ ਅਗਰ ਰੈਫਰੈਂਡਮ ਦੇ ਵਿੱਚ ਨੋ ਆਨਸਰ ਵੀ ਆ ਜਾਂਦਾ ਫਿਰ ਵੀ ਹੁਣ ਨਾਲੋਂ ਵੱਧ ਅਧਿਕਾਰ ਅਸੀਂ ਲੈਜਿਸਲੇਟ ਕਰਾਂਗੇ। ਤੇ ਮੇਰਾ ਆਪਣਾ ਜਿਹੜਾ ਵਿਚਾਰ ਇਹ ਹੈਗਾ ਕਿ ਦਰਅਸਲ ਅਸੀਂ ਆਪ ਨਾਰਥ ਆਫ ਇੰਗਲੈਂਡ ਦੇ ਵਿੱਚ ਮੈਂ ਕੰਮ ਕਰਦਾ ਸੀਗਾ ਐਜੂਕੇਸ਼ਨ ਦੇ ਵਿੱਚ, ਲੰਡਨ ਸਾਊਥ ਤੋਂ ਬਿਨਾਂ ਬਾਕੀ ਏਰੀਆ ਕਾਫੀ ਨੈਗਲੈਕਟਡ ਹੈਗੇ ਆ। ਭਾਵੇਂ ਸਕਾਟਲੈਂਡ ਇਹਨਾਂ ਨੈਗਲੈਕਟਡ ਨਹੀਂ, ਸਕਾਟਲੈਂਡ ਨੂੰ ਐਕਚੁਅਲੀ ਜਿਹੜੀ ਵੇਟਡ ਫੰਡਿੰਗ ਆ ਉਹ ਸਾਰੇ ਬਾਕੀ UK ਨੂੰ ਜ਼ਿਆਦਾ ਮਿਲਦੀ ਹੈਗੀ ਆ, ਤੇ ਉਹ ਬੈਟਰ ਹੈਗੇ ਆ। ਪਰ ਫਿਰ ਵੀ ਜਿਹੜੇ ਇੰਗਲੈਂਡ ਦੇ ਬਾਕੀ ਐਸੇ ਜਿਹੜੇ ਵੇਲਸ ਹੈਗੇ ਆ ਉਹਨਾਂ ਨੂੰ ਨੁਕਸਾਨਦੇਹ ਆ। ਮੈਂ ਸਮਝਦਾ ਵੀ ਯੂਨਾਈਟਿਡ ਕਿੰਗਡਮ ਆਫ ਨੇਸ਼ਨਸ ਐਂਡ ਰੀਜਨਸ ਇਹ ਇਹਨਾਂ ਨੂੰ ਚੰਗਾ ਰਹੇਗਾ। ਉਹਦਾ ਮਤਲਬ ਇਹ ਹੈਗਾ ਕਿ ਸਕਾਟਲੈਂਡ ਦੀ ਆਪਣੀ ਅਸੈਂਬਲੀ ਹੈ, ਪਰ ਉਹਨਾਂ ਕੋਲ ਅਧਿਕਾਰ ਬਹੁਤ ਘੱਟ ਆ, ਉਹਨਾਂ ਕੋਲ ਅਧਿਕਾਰ ਵੱਧ ਹੋਣੇ ਚਾਹੀਦੇ ਆ, ਆਲਮੋਸਟ ਆਟੋਨੋਮਸ। ਸਕਾਟਲੈਂਡ ਦੀ ਜਿਹੜੀ ਅਸੈਂਬਲੀ ਹੈਗੀ ਆ ਉਹਨਾਂ ਕੋਲ ਅਧਿਕਾਰ ਜ਼ਿਆਦਾ ਹੈਗਾ, ਪਰ ਹੁਣ ਉਹ ਜ਼ਿਆਦਾ ਹੋਣੇ ਤਾਂ ਕਿ ਉਹਨਾਂ ਜਿਹੜੇ ਟੈਕਸ ਵੀ ਆਪਣੇ ਲਾ ਸਕਣ ਤੇ ਸਪੈਂਡਿੰਗ ਵੀ ਆਪਣੀ ਕਰ ਸਕਣ, ਤੇ ਫੋਰਨ ਅਫੇਅਰਸ ਦੇ ਜਿਹੜੇ ਡਿਫੈਂਸ ਆ ਉਸ ਤੇ ਕਰੰਸੀ ਆ ਉਹ ਸਾਂਝੀ ਰੱਖ ਲੈਣ। ਇੰਗਲੈਂਡ ਦੇ ਵਿੱਚ ਨਾਰਥ ਵੈਸਟ ਦੇ ਵਿੱਚ ਨਿਊਕੈਸਲ ਏਰੀਆ, ਨਾਰਥ ਵੈਸਟ ਦੇ ਵਿੱਚ ਮੈਨਚੈਸਟਰ, ਲਿਵਰਪੂਲ ਏਰੀਆ, ਤੇ ਬਾਕੀ ਸਾਊਥ ਵੈਸਟ ਇਧਰ ਕਾਰਨਵਾਲ ਵਗੈਰਾ, ਇਹਨਾਂ ਦੇ ਵਿੱਚ ਆਪਣੀਆਂ ਛੋਟੀ ਛੋਟੀਆਂ ਕਾਉਂਸਲਾਂ ਦੀਆਂ ਅਸੈਂਬਲੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਮਤਲਬ ਕਿ ਆਪਣੇ ਜਿਹੜੇ ਵੱਡੇ ਫੈਸਲੇ ਆ ਚਾਹੇ ਐਜੂਕੇਸ਼ਨ ਦੇ ਆ, ਟਰਾਂਸਪੋਰਟ ਦੇ ਆ, ਉਹ ਸਾਰੇ ਕਰ ਸਕਣ। ਸੋ ਚਾਹੇ ਮਤਲਬ ਕਿ ਕੋਈ ਵੀ ਫੈਸਲਾ 18 ਸਤੰਬਰ ਨੂੰ ਹੋਵੇ, UK ਦਾ ਜਿਹੜਾ ਕਨਸਟੀਟਿਊਸ਼ਨ ਆ ਉਹਦਾ ਜਿਹੜਾ ਫਿਊਚਰ ਆ ਉਹਦਾ ਜਿਹੜਾ ਹੋਣ ਵਾਲੇ ਨੇ ਨਾ ਇਹਦੇ ਵਿੱਚ ਤਬਦੀਲੀਆਂ ਜ਼ਰੂਰ ਆਉਣਗੀਆਂ। ਔਰ ਜੇ ਉਹ ਮਤਲਬ ਕਿ ਇੱਕ ਕਿਸਮ ਦੇ ਆਜ਼ਾਦ ਹੋ ਜਾਂਦੇ ਆ ਤਾਂ ਫਿਰ ਜਿਹੜੀ ਇੰਗਲੈਂਡ ਦੀ ਪੋਲਿਟਿਕਸ ਹੈ ਇਹਦੇ ਵਿੱਚ ਬੜੀ ਵੱਡੀ ਤਬਦੀਲੀ ਆਏਗੀ, ਕਿਉਂਕਿ ਇੱਕ ਤਾਂ ਜਿਹੜੀ ਮਾਡਰਨ ਕੰਜ਼ਰਵੇਟਿਵ ਪਾਰਟੀ ਹੈਗੀ ਆ ਇਹ ਰਾਈਟ ਵਿੰਗ ਪਾਰਟੀ ਹੈਗੀ ਆ, ਇਹ ਤੇ ਬਹੁਤ ਵੱਡਾ ਅਸਰ ਪਏਗਾ। ਜਿਹੜੀ ਰੀਅਲਾਈਨਮੈਂਟ ਪੋਲਿਟਿਕਸ ਦੀ ਹੋਣ ਲੱਗ ਪੈਣੀ ਹੈ, ਖਾਸ ਕਰਕੇ ਲਿਬਰਲ, ਡੈਮੋਕ੍ਰੈਟ ਤੇ ਲੇਬਰ ਤੇ ਬਾਕੀ ਜਿਹੜੀਆਂ ਨੌਨ ਕੰਜ਼ਰਵੇਟਿਵ ਸੈਂਟਰ ਲੈਫਟ ਪਾਰਟੀਆਂ ਉਹ ਇੱਕ ਪਾਸੇ ਅਲਾਇੰਸ ਬਣਾਉਣ ਲੱਗ ਪੈਣੀਆਂ। ਸੋ ਇਹ ਮੇਰੇ ਗੱਲ ਕਰਨ ਦਾ ਭਾਵ ਇਹ ਹੈਗਾ ਕਿ 18 ਸਤੰਬਰ ਦੇ ਰੈਫਰੈਂਡਮ ਤੋਂ ਬਾਅਦ
ਚਾਹੇ ਸਕਾਟਲੈਂਡ ਜੁਦਾ ਹੁੰਦਾ ਜਾਂ ਯੂਕੇ ਦੇ ਵਿੱਚ ਰਹਿੰਦਾ, ਉਹਦੇ ਜਿਹੜੇ ਪੋਲੀਟੀਕਲ ਰਿਪਰਕਸ਼ਨਸ ਆ ਉਹ ਬਹੁਤ ਵੱਡੇ ਹੋਣਗੇ। ਤੇ ਤੁਸੀਂ ਨਾਲ ਪੰਜਾਬ ਜਾਂ ਇੰਡੀਆ ਦਾ ਵੀ ਇੰਡੀਕੇਟ ਕੀਤਾ ਸੀਗਾ ਜੀ। ਸਵਾਲ ਇਹ ਹੈਗਾ ਕਿ ਹਰ ਇੱਕ ਕਮਿਊਨਿਟੀ ਦਾ ਜਾਂ ਨੇਸ਼ਨ ਦਾ ਜਨਮਸਿੱਧ ਅਧਿਕਾਰ ਆ, ਕਿਉਂਕਿ ਨੇਸ਼ਨ ਯੂਰਪੀਅਨ ਨੈਸ਼ਨਲਿਜ਼ਮ ਯੂਰਪੀਅਨ ਪ੍ਰੋਡਕਟ ਹੈਗੀ ਆ ਜੀ। ਇਹਦਾ ਨੈਗੇਟਿਵ ਐਸਪੈਕਟ ਹੈਗਾ ਕਿਉਂਕਿ ਰਾਈਜ਼ ਆਫ ਫਾਸ਼ਿਜ਼ਮ ਇਹਦਾ ਇੱਕ ਅੰਗ ਸੀਗਾ, ਪਰ ਆਪਣੇ ਮੁਲਕਾਂ ਦੇ ਵਿੱਚ ਜਾਂ ਐਂਟੀ ਕਲੋਨੀਅਲ ਮੂਵਮੈਂਟਾਂ ਦੇ ਕੰਟੈਕਸਟ ਦੇ ਵਿੱਚ ਇਤਿਹਾਸ ਦੇ ਵਿੱਚ ਇਹ ਪ੍ਰੋਗਰੈਸਿਵ ਮੂਵਮੈਂਟ ਰਹੀਆਂ, ਕਿਉਂਕਿ ਨੇਸ਼ਨ ਕਿਸੇ ਕਮਿਊਨਿਟੀ ਨੂੰ, ਕਿਸੇ ਰੀਜਨ ਨੂੰ, ਕਿਸੇ ਇਲਾਕੇ ਨੂੰ ਜ਼ਿਆਦਾ ਅਧਿਕਾਰ ਦਿੰਦੀ ਹੈ, ਫਰੀडम ਦਿੰਦੀ ਹੈ। ਪਰ ਐਨਾਲਿਸਿਸ ਕਰਨ ਵਾਲਾ ਇਹ ਹੈਗਾ ਕਿ ਇੰਡੀਪੈਂਡੈਂਸ ਨਾਲ ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਬਾਕੀ ਪਹਿਲਾਂ ਤੁਹਾਨੂੰ ਫਾਇਦਾ ਹੁੰਦਾ ਜਾਂ ਨੁਕਸਾਨ ਹੁੰਦਾ, ਕਿਉਂਕਿ ਦਰਅਸਲ ਇੰਡੀਪੈਂਡੈਂਟ ਦੁਨੀਆ 'ਚ ਕੋਈ ਵੀ ਨਹੀਂ ਅੱਜ ਕੱਲ੍ਹ, ਸਭ ਇੰਟਰਡਿਪੈਂਡੈਂਟ ਹੈ। ਇੱਕ ਬੋਲਡ ਜਿਹਾ ਕੁਐਸਚਨ ਹਾਂ ਹਾਂਜੀ, ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਹੈਗਾ ਨਾ, ਹਾਂਜੀ ਸਾਡੇ ਜ਼ਿਆਦਾ ਨਾਅਰੇਬਾਜ਼ੀ ਚੁੱਕਦੇ ਹੋ ਫੱਟੇ ਇੱਧਰ ਹਾਂਜੀ ਉੱਧਰ, ਹਾਂਜੀ, ਇਹ ਆਪਣੇ ਸਾਫ਼ ਸੁਥਰੇ ਤੌਰ ਤੇ ਕਿਉਂ ਨਹੀਂ ਪੰਜਾਬ ਦੇ ਵਿੱਚ ਜਾਂ ਬਾਕੀ ਗੱਲਾਂ ਹੁੰਦੀਆਂ ਵੀ ਜਿਹੜਾ ਸੈਲਫ ਡਿਟਰਮੀਨੇਸ਼ਨ ਦੀ ਗੱਲ ਹਾਂਜੀ ਬਿਲਕੁਲ ਉਹ ਉਸ ਰੂਪ ਵਿੱਚ ਨਹੀਂ ਹੋਇਆ, ਬਿਲਕੁਲ ਜਜ਼ਬਾਤੀ ਭਾਵੁਕ ਰੂਪ ਜਜ਼ਬਾਤੀ, ਹਾਂ ਉਹੀ ਹੈਗਾ ਕਿ ਉਹਦੇ ਵਿੱਚ ਇੱਕ ਵੱਖਰੇ ਸਿਸਟਰ ਚੈਨਲ ਦੇ ਵਿੱਚ ਤੇ ਵੱਖਰੇ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਸੀਗਾ ਕਿ ਅਗਰ ਆ ਹੋ ਜਾਵੇ ਤੇ ਇਹਦਾ ਆਪਾਂ ਨੂੰ ਪਛਤਾਵਾ ਹੋਊਗਾ। ਉਹਦਾ ਦਰਅਸਲ ਭਾਵ ਇਹ ਹੈਗਾ ਕਿ ਆਪਣੇ ਹੁਣ ਕਾਫੀ ਸਾਰੀਆਂ 15 ਅਗਸਤ ਨੂੰ ਡੈਮੋਨਸਟ੍ਰੇਸ਼ਨਾਂ, ਸੈਲਫ ਡਿਟਰਮੀਨੇਸ਼ਨ ਮਿਸਾਲ ਤੌਰ ਤੇ ਸਾਨੂੰ ਕੱਲ ਨੂੰ ਮਿਲ ਜਾਂਦਾ ਜੀ, ਉਹਦਾ ਐਨਾਲਿਸਿਸ ਨਹੀਂ ਕਿਨੇ ਬੈਠ ਕੇ ਕੀਤਾ ਵੀ ਉਹਦਾ ਆਊਟਕਮ ਕੀ ਹੋਊਗਾ, ਕਿਉਂਕਿ ਜੇ ਤੁਸੀਂ ਮਤਲਬ ਵੀ ਕਿਉਂ ਲੜਾਈ ਲਓ ਜੇ ਤੁਸੀਂ ਹਾਰਨਾ ਹੀ ਹਾਰਨਾ ਜੀ ਜੀ, ਹੋਰ ਕੋਈ ਹੱਲ ਲਓ ਜਦੋਂ ਮਤਲਬ ਵੀ ਜਿੱਤ ਹੀ ਹੋਵੇ ਸਾਰਿਆਂ ਦੀ। ਆਪਣੇ ਬਹੁਤ ਧੰਨਵਾਦ ਜੀ ਮਹੇਸ਼ ਸਾਹਿਬ, ਜਿਹੜੀ ਗੱਲਾਂ ਇਹਨਾਂ ਨੇ ਬਹੁਤ ਸਾਰੀਆਂ ਕੀਤੀਆਂ ਨੇ, ਚਾਹੇ ਉਹ ਧਾਰਮਿਕ ਨੁਕਤਾ ਨਿਗਾਹ ਤੋਂ ਨੇ, ਆਰਥਿਕ ਨੁਕਤਾ ਨਿਗਾਹ ਤੋਂ ਨੇ, ਬੋਲੀ ਦੇ ਨੁਕਤਾ ਨਿਗਾਹ ਤੋਂ ਨੇ, ਮੇਰੇ ਵਾਸਤੇ ਦਰਅਸਲ ਨਵੀਆਂ ਸੀਗੀਆਂ। ਤੁਹਾਨੂੰ ਲੱਗਦਾ ਵੀ ਜਿਹੜਾ ਸਕਾਟਲੈਂਡ ਦਾ ਵੋਟਰ ਇੰਨਾ ਸਿਆਣਾ ਹੋਊਗਾ ਕਿ ਉਹ ਸਾਰੇ ਐਸਪੈਕਟ ਸੋਚ ਕੇ ਵੋਟਿੰਗ ਕਰੂਗਾ ਜਦੋਂ ਰੈਫਰੈਂਡਮ ਹੋਣਾ? ਇਹ ਕਹਿਣ ਤੋਂ ਪਹਿਲਾਂ ਮੈਂ ਜਦੋਂ ਵੀ ਉਹ ਇਹ ਜ਼ਰੂਰ ਮਹਿਸੂਸ ਕਰਦੇ ਆ ਵੀ ਸਾਡੇ ਨਾਲ ਕਿਤੇ ਨਾ ਕਿਤੇ ਬੇਇਨਸਾਫੀ ਹੋ ਰਹੀ ਆ। ਜੇ ਉਹ ਇਹ ਮਹਿਸੂਸ ਨਾ ਕਰਦੇ ਹੋਣ ਤਾਂ ਫਿਰ ਵੱਖਰੇ ਹੋਣ ਦਾ ਸਵਾਲ ਪੈਦਾ ਨਹੀਂ ਹੁੰਦਾ। ਬਾਕੀ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਵੋਟਰ ਹੈਗੇ ਉਹ ਟੋਟਲੀ ਐਕਸਾਈਟਡ ਹੋ ਜਾਣਗੇ ਵੀ ਅਸੀਂ ਸੈਪਰੇਟ ਹੋ ਜਾਣਾ। ਹੁਣ ਤੱਕ ਜੋ ਮੈਂ ਸੁਣਿਆ ਉਹ ਇਹ ਦੱਸਦੇ ਕਿ ਮੈਨੂੰ ਕੋਲ ਪਹਿਲੇ ਬਹੁਤ ਅਧਿਕਾਰ ਹੈਗੇ ਆ ਜੀ। ਜਦੋਂ ਕਿਸੇ ਕੋਲ ਬਹੁਤ ਅਧਿਕਾਰ ਹੁੰਦੇ ਆ ਤਾਂ ਉਹ ਸੈਟੀਸਫਾਈ ਨਹੀਂ ਹੋ ਜਾਂਦਾ। more you got more you want। ਉਹਨਾਂ ਨੂੰ ਉਹ ਮੈਂ ਤਾਂ ਜੋ ਮੈਂ ਫੀਲ ਕਰਦਾ ਕਿ ਵੀ ਉਹਨਾਂ ਨੂੰ ਜਿਹੜੇ ਅਧਿਕਾਰ ਹੈਗੇ ਆ ਸਫੀਸ਼ੀਐਂਟ ਨਹੀਂ ਹੈਗੇ ਉਹਨਾਂ ਦੀ ਲੋੜ ਦੇ ਮੁਤਾਬਕ ਜੀ। ਤੇ ਇਹ ਪੋਲਿਟਿਕਸ ਆ, ਇਹਦੇ ਦੋਨੇ ਪਾਸੇ ਆ ਜੀ। ਉਹ ਇੱਕ ਜਣਾ ਕਹਿ ਰਿਹਾ ਕਿ ਵੀ ਜੇ ਅਸੀਂ ਆਹ ਕਰਾਂਗੇ ਅਸੀਂ ਫਾਇਦੇ 'ਚ ਰਵਾਂਗੇ, ਦੂਸਰਾ ਕਹਿੰਦਾ ਕਿ ਨਹੀਂ ਜੇ ਅਸੀਂ ਆਹ ਨਾ ਕਰਾਂਗੇ ਤਾਂ ਅਸੀਂ ਫਾਇਦੇ 'ਚ ਰਵਾਂਗੇ। ਮੇਰਾ ਖਿਆਲ ਮੈਨੂੰ ਇਦਾਂ ਲੱਗਦਾ ਕਿ ਵੀ ਉਹ ਹੋਣਾ ਨਹੀਂ ਸੈਪਰੇਟ। ਠੀਕ ਹੈ ਜੀ, ਵੈਰੀ ਮੱਚ ਇਨ ਡਾਊਟ। ਠੀਕ ਹੈ ਡਾਕਟਰ ਹੀ ਸਾਹਿਬ, ਆਪਣੇ ਇਹਦਾ ਜੇ ਫਰਜ਼ ਕਰੋ ਗੱਲ ਪਾਣਾ ਵਰਤ ਜਾਂਦਾ ਹਾਂਜੀ ਤੇ ਵੇਲਜ਼ ਵਿੱਚ ਜਾਂ ਉੱਤਰੀ ਆਇਰਲੈਂਡ ਦੇ ਵਿੱਚ ਵੀ ਕੋਈ ਇਹਦਾ ਪ੍ਰਤੀਕਰਮ ਹੋ ਜੀ? ਆਈ ਥਿੰਕ 2-3 ਪੁਆਇੰਟਸ ਜਿਹੜੇ ਪਹਿਲਾਂ ਤਾਂ ਸੰਘਾ ਸਾਹਿਬ ਨੇ ਗੱਲ ਕੀਤੀ ਸੀ। ਇੱਕ ਤਾਂ ਜੇ ਮੈਂ ਮਹਿਸੂਸ ਕਰ ਲਿਆ ਜਿਹੜੀ ਆਇਡੈਂਟੀਟੀ ਵਾਲੀ ਗੱਲ ਹੈ ਨਾ ਇਹ ਬੜੀ ਜ਼ਰੂਰੀ ਹੈ। ਜੇ ਅਸੀਂ ਸਾਈਕੋਲੋਜੀਕਲ ਨੀਡਸ ਵੀ ਦੇਖੀਏ ਹਿਊਮਨ ਬੀਇੰਗਸ ਦੀਆਂ ਜੀ, ਉਹਦੇ ਵਿੱਚ ਹਰ ਕੋਈ ਚਾਹੁੰਦਾ ਵੀ ਜਿਹੜਾ ਹੈਗਾ ਮੈਨੂੰ ਪਿਆਰ ਮਿਲੇ, ਹਰ ਕੋਈ ਚਾਹੁੰਦਾ ਵੀ ਯਾਨੀ ਕਿ ਮੇਰੀ ਆਪਣੀ ਹੋਂਦ ਹੋਵੇ, ਮੇਰੀ ਆਪਣੀ ਕੋਈ ਆਇਡੈਂਟੀਟੀ ਹੋਵੇ, ਹਰ ਕੋਈ ਚਾਹੁੰਦਾ ਮੈਨੂੰ ਕੋਈ ਲਿਸਨ ਕਰੇ ਤੇ ਹਰ ਕੋਈ ਯਾਨੀ ਕਿ ਇਹ ਚਾਹੁੰਦਾ ਹੈਗਾ ਵੀ ਜਿਹੜਾ ਹੈਗਾ ਉਹਦੀ ਰਿਸਪੈਕਟ ਯਾਨੀ ਕਿ ਰਵੇ ਜੀ। ਤੇ ਉਹ ਜਿਹੜੀ ਗੱਲ ਜਦੋਂ ਅਸੀਂ ਵਾਈਡਰ ਸਕੇਲ ਤੇ ਲੈ ਕੇ ਜਾਂਦੇ ਆ, ਜਦੋਂ ਉਹਨਾਂ ਨੂੰ ਇਹ ਲੱਗੇ ਵੀ ਸਾਡੇ ਤੇ ਇਹਨਾਂ ਗੱਲਾਂ ਦਾ ਕਿਸੇ ਨਾ ਕਿਸੇ ਪੁਆਇੰਟ ਤੇ ਜਿਹੜਾ ਹੈਗਾ ਡਿਲੂਸ਼ਨ ਹੋਈ ਆ ਜੀ, ਤੇ ਉਹ ਫਿਰ ਉਹਦੇ ਲਈ ਤਰੱਦਦ ਕਰਦਾ ਹੈਗਾ ਜੀ। ਕਿਉਂਕਿ ਵੇਲਜ਼ ਵਿੱਚ ਵੀ ਕਾਫੀ ਦੇਰ ਦਾ ਤੁਸੀਂ ਵੇਲਜ਼ ਦੀ ਵੀ ਗੱਲ ਕੀਤੀ ਹੈਗੀ ਆ, ਉੱਥੇ ਬੜੀ ਦੇਰ ਦਾ ਰੌਲਾ ਪੈਂਦਾ। ਉਹ ਕਹਿੰਦੇ ਸਾਡੀ ਵੈਲਸ਼ ਲੈਂਗੁਏਜ ਵਿੱਚ ਤੁਸੀਂ ਦੇਖਦੇ ਹੋਗੇ ਜਦੋਂ ਜਾਂਦੇ ਆ ਵੈਲਸ਼ ਲੈਂਗੁਏਜ ਵਿੱਚ ਲਿਖਿਆ ਹੈਗਾ। ਤੇ ਇਸ ਮੁਲਕ ਵਿੱਚ ਵੀ ਜਿਹੜਾ ਜਦੋਂ ਬੱਚੇ ਵੈਲਸ਼ ਬੋਲਦੇ ਹੁੰਦੇ ਸੀ ਸਕੂਲਾਂ ਵਿੱਚ, ਉਹਨਾਂ ਨੂੰ ਕੁੱਟਦੇ ਮਾਰਦੇ ਹੁੰਦੇ ਤੁਸੀਂ ਵੈਲਸ਼ ਬੋਲ ਨਹੀਂ ਸਕਦੇ ਹੈ। ਇਹ ਇਸ ਮੁਲਕ ਦੀ ਯਾਨੀ ਕਿ ਹਿਸਟਰੀ ਹੈ। ਤੇ ਇਸ ਕਰਕੇ ਯਾਨੀ ਕਿਹੜਾ ਹੈਗਾ ਜਿਹੜੇ ਸਕਾਟਿਸ਼ ਲੋਕ ਆ, ਜਿੱਦਾਂ ਮਹੇਸ਼ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਉਹ ਕਿਸੇ ਨਾ ਕਿਸ ਤਰ੍ਹਾਂ ਫੀਲ ਕਰਦੇ ਹੈਗੇ ਵੀ ਸਾਡੀ ਜਿਹੜੀ ਸਾਈਕੋਲੋਜੀਕਲ ਨੀਡਸ ਹੈਗੀਆਂ ਉਹ ਡੈਂਟਡ ਹੋਈਆਂ ਆ ਤੇ ਉਹਨੂੰ ਯਾਨੀ ਕਿ ਉਹ ਇੰਡੀਪੈਂਡੈਂਟ ਆਪਣਾ ਬਣਾਉਣਾ ਚਾਹੁੰਦੇ, ਆਪਣੀ ਹੋਂਦ ਦੇਣ ਜਿਹੜੀ ਬਰਕਰਾਰ ਆ ਉਹਨੂੰ ਰੱਖਣਾ ਚਾਹੁੰਦੇ ਹੈ। ਯਾਨੀ ਕਿ ਇਹ ਹਿਊਮਨ ਨੀਡ ਦੀ ਗੱਲ ਹੈ। ਪਰ ਇਹਦੀ ਯਾਨੀ ਕਿ ਜਿਹੜੀ ਆਪਾਂ ਇੰਡੀਅਨ ਜਿਹੜਾ ਕੰਟੈਕਸਟ ਵਿੱਚ ਗੱਲ ਜਿਹੜੀ ਕਰਦੇ ਆ, ਸਾਡੇ ਜੋਸ਼ ਜ਼ਿਆਦਾ ਹੈਗਾ ਤੇ ਹੋਸ਼ ਘੱਟ ਹੈ। ਯਾਨੀ ਕਿ ਇੱਥੇ ਜਿਹੜਾ ਹੈਗਾ ਜੋਸ਼ ਤੇ ਹੋਸ਼ ਜਿਹੜਾ ਹੈਗਾ ਉਹ ਨਾਲ ਚੱਲਦਾ। ਯਾਨੀ ਕਿ ਇੱਥੇ ਜਿਹੜੀ ਗੱਲ ਹੈਗੀ ਸਿਵਿਕ ਤਰੀਕੇ ਨਾਲ ਉਹਨਾਂ ਦੇ ਫੈਕਸ਼ਨ ਫਿਗਰਸ ਦੱਸਦੇ ਹੈਗੇ ਆ ਵੀ ਫਲਾਨੀ ਇਕੋਨਮੀ ਦੇ ਆਹ ਕਿਹੜੇ ਹੈਗੇ ਆ ਸਾਡੇ ਪੋਜ਼ਿਟਿਵ ਪੁਆਇੰਟ ਹੈਗੇ ਆ, ਆਹ ਸਾਡੇ ਨੈਗੇਟਿਵ ਪੁਆਇੰਟ ਹੈਗੇ ਆ, ਜਾਂ ਕਿਹੜੇ ਗੈਸ ਦੇ ਸਾਨੂੰ ਆਹ ਫਾਇਦੇ ਹੈਗੇ, ਦੂਜੇ ਆਹ ਫਾਇਦੇ ਹੈਗੇ। ਜੁਡੀਸ਼ੀਅਲ ਸਾਡੇ ਯਾਦ ਕੱਲੇ ਦੇ ਜਾਨ ਕੇ ਫੈਕਸ਼ਨ ਫਿਗਰ ਜਾਨ ਕੇ ਦੇ ਕੇ ਉਹਦੀਆਂ ਸਟ੍ਰੈਟਜੀ ਮਤਲਬ ਇਹ ਐਕਸਪਰਟਸ ਦੇ ਕਰਨ ਵਾਲੇ ਮੁੱਦੇ ਕਈ ਵਾਰੀ ਉਹ ਬਿਲਕੁਲ ਅੰਗੂਠਾ ਛਾਪ ਦੇ ਹੱਥਾਂ ਚ ਆ ਜਾਂਦੇ। ਬਿਲਕੁਲ ਜਿਹੜੀ ਆਪਣੇ ਹੈਗੀ ਆ ਗੱਲ ਜਿਹੜੀ ਹੈਗੀ ਆ ਉੱਥੇ ਜਿਹੜਾ ਹੈਗਾ ਸਟ੍ਰੈਟਜੀਜ਼ ਜਿਹਨੂੰ ਆਪਾਂ ਕਹਿੰਦੇ ਆ ਅੰਗਰੇਜ਼ੀ ਵਿੱਚ,
ਉਹ ਕਿਸੇ ਨੂੰ ਪਤਾ ਨਹੀਂ ਹੈ, ਜਾਣੀ ਕਿ ਜਾਂ ਉਹਦੇ ਬਾਰੇ ਕੋਈ ਲੋਕਾਂ ਨੂੰ ਜ਼ਿਆਦਾ ਸਮਝ ਨਹੀਂ ਹੈ, ਜਾਂ ਲੋਕਾਂ ਨੂੰ ਦੱਸਦੇ ਨਹੀਂ ਹੈਗੇ ਜੀ। ਤੇ ਉਹ ਜਾਣੀ ਕਿ ਜੋਸ਼ ਦੇ ਸਿਰ ਤੇ ਜਿਹੜਾ ਹੈਗਾ ਹੋ ਰਿਹਾ, ਤੇ ਇਸੇ ਕਰਕੇ ਮੈਂ ਮਹਿਸੂਸ ਕਰਾਂ ਜਾਣੀ ਕਿ ਜੋ ਮੇਰਾ ਐਨਾਲਿਸਿਸ ਹੈਗਾ, ਇਸੇ ਕਰਕੇ ਜਿਹੜਾ ਹੈਗਾ ਚੱਕਰੋ ਵਾਲੀ ਗੱਲ ਹੁੰਦੀ ਤੇ ਉੱਥੇ ਖੂਨ ਖਰਾਬਾ ਹੁੰਦਾ ਇਹਨਾਂ ਦਾ, ਜਾਣੀ ਕਿ ਕਿਉਂਕਿ ਸਿਵਿਕ ਤਰੀਕਾ ਹੈਗਾ ਉਹਦੇ ਕਰਕੇ ਜਿਹੜੀ ਗੱਲ ਹੈਗੀ ਆ ਕਿਸੇ ਨੇ ਕਿਸੇ ਪਾਸੇ ਬਣਦੀ ਆ। ਪਰ ਜੋ ਜਿਹੜੀਆਂ ਮੈਂ ਡਿਬੇਟਸ ਅਜੇ ਤੱਕ ਸੁਣੀਆਂ ਹੈਗੀਆਂ, ਜਾਣੀ ਕਿ ਜੋ ਮੈਂ ਇਹਦੇ ਬਾਰੇ ਪੜ੍ਹਿਆ ਹੈਗਾ, ਹਜੇ ਤੱਕ ਇੱਦਾਂ ਲੱਗ ਰਿਹਾ ਜਿਹੜਾ ਤੱਕੜੀ ਦਾ ਪਾਸਾ ਹੈਗਾ ਉਹ ਯੂਨਾਈਟਿਡ ਕਿੰਗਡਮ ਦੇ ਵੱਲ ਜ਼ਿਆਦਾ ਦੱਸਦਾ ਹਜੇ ਤੱਕ, ਜਾਣੀ ਕਿ ਜੋ ਕੁਝ ਦੱਸਦਾ। ਜਿੱਦਾਂ ਸਿੰਘਾ ਸਾਹਿਬ ਨੇ ਗੱਲ ਕੀਤੀ ਲੈ ਵੀ ਇਹ ਕਹਿੰਦੇ ਹੈਗੇ ਤੁਹਾਨੂੰ ਅਸੀਂ ਹੋਰ ਅਧਿਕਾਰ ਵੀ ਦੇ ਦੇਵਾਂਗੇ, ਕਿਉਂਕਿ ਇਹ ਵੀ ਨਹੀਂ ਚਾਹੁੰਦੇ ਹੈਗੇ ਸਾਡੇ ਨਾਲ ਜਾਣੀ ਕਿਹੜਾ ਪਾਰਟ ਹੈਗਾ ਟੁੱਟੇ, ਕਿਉਂਕਿ ਉਹ ਪਾਰਟ ਆਫ ਯੂਨਾਈਟਿਡ ਕਿੰਗਡਮ ਹੈਗਾ। ਇੰਨੀ ਦੇਰ ਤੋਂ 300 ਸਾਲ ਤੋਂ ਜਾਣੀ ਕਿ ਰਹਿ ਰਹੇ ਇਕੱਠੇ, ਇਹਨਾਂ ਦੀ ਟੋਟਲ ਜਾਣੀ ਕਿ ਇਕਨੋਮੀ ਤੇ ਕੁਛ ਨਾ ਕੁਛ ਤਾਂ ਫਰਕ ਪੈਂਦਾ। ਆਪਣੀ ਕੀ ਫੀਲਿੰਗ ਹੈ, ਕਿਉਂਕਿ ਜੇ ਯੂਨਾਈਟਿਡ ਕਿੰਗਡਮ ਇਕੱਠਾ ਰਹਿੰਦਾ ਇਹਦੀ ਤਾਕਤ ਬਣਦੀ ਹੈ। ਬਿਲਕੁਲ ਜੀ ਬਿਲਕੁਲ। ਦੇਖੋ ਜਿਹੜੀ ਜਿੱਦਾਂ ਮੁੱਠ ਇਕੱਠੀ ਜਿਹੜੀ ਹੈਗੀ ਆ ਉਹਦੇ ਵਿੱਚ ਜਾਣੀ ਕਿ ਜ਼ਿਆਦਾ ਜਿਹੜਾ ਹੈਗਾ ਸਟਰੈਂਥ ਹੈਗੀ ਆ, ਤੇ ਜਦੋਂ ਤੁਸੀਂ ਇਕੱਲੇ ਹੁੰਨੇ ਹੈਗੇ ਆ ਤੇ ਉਹ ਤੁਹਾਨੂੰ ਕਿਸੇ ਨਾ ਕਿਸੇ ਪਾਸੋਂ ਤਾਂ ਫਿਰ ਨੁਕਸਾਨ ਹੁੰਦਾ ਹੈਗਾ। ਪਰ ਇਹ ਗੱਲ ਹੈਗੀ ਲੈ ਜਿਹੜੇ ਉਹਨਾਂ ਨੇ ਇਸ਼ੂਜ਼ ਰੇਜ਼ ਕੀਤੇ ਹੈਗੇ ਆ ਉਹਨਾਂ ਨੂੰ ਤਵੱਜੋ ਜ਼ਰੂਰ ਦੇਣੀ ਚਾਹੀਦੀ, ਕਿਉਂਕਿ ਜਿੱਦਾਂ ਸਿੰਘਾ ਸਾਹਿਬ ਨੇ ਗੱਲ ਕੀਤੀ, ਮੈਂ ਫਿਰ ਰੈਫਰੈਂਸ ਇਹਨਾਂ ਦੇ ਰਿਹਾ, ਜਦੋਂ ਤੁਸੀਂ ਆਪਾਂ ਨਾਰਥ ਵੱਲ ਜਾਂਦੇ ਹੈਗੇ ਆ ਤੇ ਉਹ ਜਾਣੀ ਕਿ ਜਿਹੜੇ ਇਲਾਕੇ ਇੰਗਲੈਂਡ ਵਿੱਚ ਵੀ ਆ ਉਹ ਫੀਲ ਕਰ ਲੈ ਸਾਡੇ ਕੋਲ ਉਨੀ ਇਕਨੋਮਿਕ ਪਾਵਰ ਨਹੀਂ ਹੈ ਜਿੰਨੀ ਕਿ ਲੰਡਨ ਦੇ ਸਾਊਥ ਵਾਲੇ ਪਾਸੇ ਹੈਗੀ ਆ। ਤੇ ਇਸੇ ਕਰਕੇ ਜਾਣੀ ਕਿ ਜਿਹੜਾ ਹੈਗਾ ਉਹ ਵੀ ਜਿਹੜੇ ਵੇਲਸ ਹੈਗਾ ਜਾਣੀ ਕਿ ਸਕਾਟਲੈਂਡ ਹੈਗਾ ਉਹ ਵੀ ਮਹਿਸੂਸ ਕਰਦੇ ਹੈਗੇ ਆ ਵੀ ਜਿਹੜੀ ਫਲਰਿਸ਼ਮੈਂਟ ਸਾਨੂੰ ਹੋਣੀ ਚਾਹੀਦੀ ਹੈਗੀ ਆ ਵੀ ਉਹ ਉਨੀ ਹੋ ਨਹੀਂ ਰਹੀ ਵੀ ਜਿੰਨੀ ਕਿ ਸਾਊਥ ਵਿੱਚ ਜਾਣੀ ਕਿ ਜਾਂ ਲੰਡਨ ਵਿੱਚ ਹੋ ਰਹੀ ਆ। ਸੋ ਇਸ ਕਰਕੇ ਜਾਣੀ ਕਿ ਜੇ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਤੇ ਉਹਨਾਂ ਦੇ ਜਿਹੜੇ ਪੁਆਇੰਟਸ ਹੈਗੇ ਆ ਉਹਨਾਂ ਨੂੰ ਜੇ ਸੈਟੀਸਫਾਈ ਕੀਤਾ ਜਾਵੇ ਤੇ ਮੇਰਾ ਖਿਆਲ ਉਹ ਦੇ ਵਿਲ ਸਟੇ ਵਿਦ ਅਸ। ਸ਼ਾਮੂ ਸਾਹਿਬ ਇਹ ਸਾਰੇ ਮੈਨੂੰ ਲੱਗਦਾ ਲੇਬਰ ਦੇ ਬੰਦੇ ਲੱਗਦੇ ਆਪਾਂ ਨੂੰ ਖੜੇ ਇੱਥੇ। ਤੁਹਾਡੇ ਕੀ ਵੀ ਨੇ? ਅੱਛਾ ਜੀ, ਇਹ ਤਾਂ ਮੈਂ ਇਕੱਲਾ ਹੀ ਰਹਿ ਗਿਆ ਸੀ। ਜੀ ਮੇਰਾ ਵੀ ਐਕਚੁਅਲੀ ਬਿਲਕੁਲ ਇਹੀ ਵਿਊ ਆ ਜਿਹੜਾ ਡਾਕਟਰ ਬੋਤਰਾ ਨੇ ਦੱਸਿਆ ਜੀ, ਸੰਗਤ ਨੇ ਵੀ ਕਿਹਾ ਹਾਂ ਵੀ ਲੱਗਦਾ ਨਹੀਂ ਹੈ ਵੀ ਹੋਊਗਾ ਜੀ, ਕਿਉਂਕਿ ਹੋ ਸਕਦਾ ਉਹਨਾਂ ਨੂੰ ਫਿਰ ਤੇ ਉਹਨਾਂ ਦੀ ਤਲਖੀ ਵੀ ਨਹੀਂ ਹਟਣੀ, ਉਹ ਤਲਬ ਕਿ ਉਹਨਾਂ ਨੂੰ ਕੁਝ ਨਾ ਕੁਝ ਦੇਣਾ ਪਏਗਾ, ਕੋਈ ਨਾ ਕੋਈ ਹੱਕ ਤਾਂ ਉਹਨਾਂ ਨੂੰ ਹੋਰ ਦੇਣੇ ਪੈਣਗੇ। ਜਿਸ ਤਰ੍ਹਾਂ ਚਲੋ ਜੇ ਹੱਕ ਦੇ ਦਿੱਤੇ ਜਾਂਦੇ, ਤੁਹਾਡਾ ਕੀ ਖਿਆਲ ਹੈ ਵੀ ਉਹਨਾਂ ਦੀ ਤਲਬ ਉਹਨਾਂ ਦਾ ਜਿਹੜਾ ਮਸਲਾ ਹੱਲ ਹੋ ਜੂਗੀ? ਹੋ ਸਕਦਾ ਸਾਈਕੋਲੋਜੀਕਲ ਮਸਲਾ ਤਾਂ ਕਦੇ ਤੁਸੀਂ ਕੀ ਸੋਚਦੇ ਪੈਸੋ ਕਦੇ ਮਸਲਾ ਇਹ ਹੱਲ ਹੋਊਗਾ ਸਾਈਕੋਲੋਜੀਕਲੀ? ਤੁਹਾਡੇ ਗੱਲ ਦੇ ਵਿੱਚ ਗੱਲ ਹੈਗੀ ਹੈ ਕਿ 90s ਦੇ ਵਿੱਚ ਜਿਵੇਂ ਮਤਲਬ ਕਰੂਡ ਲੈਵਲ ਵਾਲੀ ਗੱਲ ਹੈਗੀ ਹੈ, ਤੁਸੀਂ ਜਿਵੇਂ ਗੱਲ ਕਰ ਰਹੇ ਹੋ ਨਾ ਕਿ ਦਰਅਸਲ ਇਹ ਆਪਣੇ ਅੰਗ ਅਨਸਿਵਿਕ ਨਹੀਂ ਹੁੰਦੇ, ਬੜੇ ਸਿਵਲਾਈਜ਼ ਹੈਗੇ ਆ। ਬਿਲਕੁਲ। ਐਡਨਬਰਾ ਤੋਂ ਕੋਈ 30-40 ਮੀਲ ਅੱਗੇ ਇਲਾਕਾ ਹੈਗਾ ਲੌਕਲੇਵਨ, ਉੱਥੇ ਇੱਕ ਵਾਰੀ ਅਸੀਂ ਕੁਝ ਸਮਾਂ ਗੁਜ਼ਾਰਿਆ ਤੇ ਉਦੋਂ ਪਹਿਲੀ ਵਾਰੀ ਮੇਰੇ ਦਿਮਾਗ ਦੇ ਵਿੱਚ ਅਲਰਟਨੈਸ ਆਈ ਕਿ ਦਰਅਸਲ ਸਕਾਟਿਸ਼ ਨੈਸ਼ਨਲਿਜ਼ਮ ਰੂਰਲ ਏਰੀਆ ਦੇ ਵਿੱਚ ਕਿੰਨੀ ਸਟਰੋਂਗ ਆ। ਉੱਥੇ ਥਾਂ ਬੋਰਡ ਲੱਗੇ ਸੀ ਇੰਗਲਿਸ਼ ਗੋ ਹੋਮ। ਉਹਦਾ ਭਾਵ ਇਹ ਹੈਗਾ ਕਿ ਜਿਹੜੇ ਤੁਸੀਂ ਇੱਥੇ ਲੋਕ ਆ ਕੇ ਸਾਡਾ ਇਲਾਕਾ ਮਤਲਬ ਕਿ ਪੋਲੂਟ ਕਰ ਰਹੇ ਨਾ, ਵੀ ਇੱਥੇ ਨਾ ਤੁਸੀਂ ਆਓ, ਬਾਹਰ ਰਹੋ ਇੱਥੋਂ। ਇਹਦਾ ਮਤਲਬ ਵੀ ਜਿਹੜੀ ਰੂਰਲ ਕਮਿਊਨਿਟੀ ਹੈ ਉਹਦੇ ਵਿੱਚ ਇਹ ਭਾਵਨਾ ਹੈਗੀ ਆ ਵੀ ਇੰਗਲਿਸ਼ ਸਾਨੂੰ ਐਕਸਪਲੋਇਟ ਕਰਦੇ ਰਹੇ ਸਦੀਆਂ ਭਰ। ਚਾਹੇ ਇਹ ਗੱਲ ਸਹੀ ਹੈ, ਚਾਹੇ ਜਿਵੇਂ ਮਤਲਬ ਵੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਤੇ ਪੰਜਾਬ ਦਾ ਮਤਲਬ ਜਿਹੜਾ ਰੂਰਲ ਪੈਸੈਂਟ ਹੈ ਉਹ ਵੀ ਇਹ ਗੱਲ ਕਰੇਗਾ। ਜਾ ਕੇ ਤਾਂ ਪਾਣੀ ਪਾ ਕੇ ਖਾ ਦੇ ਦਿੰਦੇ ਤਾਂ ਉੱਪਰ ਨੂੰ ਜਾਂਦਾ ਪਾਣੀ, ਉਹ ਪਤਾ ਨਹੀਂ ਕਿਉਂ ਜਾਂਦਾ ਉਹਨਾਂ ਨੂੰ। ਪਰ ਇਹ ਜਿਹੜੀ ਗੱਲ ਸਿੰਘਾ ਸਾਹਿਬ ਸੌਰੀ ਇਨਕੇ ਇੱਕ ਕਮੈਂਟ ਹੀ ਲਾਉਣਾ ਵੀ ਇਹ ਕੁਝ ਆਪਣੇ ਪਿੱਛੇ ਜਿਹੇ ਕੇਸਿਸ ਵੀ ਕਈ ਹੋਏ ਹੈ ਜਿਹੜੇ ਕਿ ਆਪਣੇ ਇੰਡੀਆ ਤੋਂ ਬੱਚੇ ਉੱਥੇ ਪੜ੍ਹਨ ਵੀ ਸੀ ਆਏ, ਉਹਨਾਂ ਨਾਲ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ ਉਹਨਾਂ ਨਾਲ ਪ੍ਰਿਜ਼ਨ ਦੇ ਵਿੱਚ ਵੀ ਜਿਹੜਾ ਹੈਗਾ ਕਾਫੀ ਹਰਾਸਮੈਂਟ ਹੋਈ ਹੈ। ਯਾਨੀ ਕਿ ਇਸ ਕਰਕੇ ਇਹ ਨਾ ਸਮਝੋ ਲੈ ਵੀ ਜਿਹੜਾ ਹੈਗਾ ਜਿਸ ਤੱਕ ਆਪਾਂ ਇੰਡੀਅਨਸ ਕੰਸਰਨਡ ਹੈਗੇ ਆ ਵੀ ਸਾਡੇ ਨਾਲ ਜਿਹੜੀ ਹੈਗੀ ਉੱਥੇ ਡਿਸਕ੍ਰਿਮੀਨੇਸ਼ਨ ਨਾ ਹੋਊਗੀ। ਯਾਨੀ ਕਿ ਉੱਥੇ ਵੀ ਐਲੀਮੈਂਟਸ ਇਹੋ ਜਿਹੇ ਹੈਗੇ ਜਿਹੜੇ ਕਿ ਰੇਸਿਸਟ ਹੈਗੇ ਆ, ਜਿਹੜੇ ਕਿ ਤੁਹਾਨੂੰ ਡਿਸਕ੍ਰਿਮੀਨੇਸ਼ਨ ਕਰਨਗੇ। ਬਿਲਕੁਲ ਜੀ। ਹਾਂਜੀ, ਹੋਰ ਕੁਝ ਕਹਿਣਾ ਚਾਹੁੰਦੇ ਸੀ? ਬਾਕੀ ਜਿਸ ਤਰ੍ਹਾਂ ਟੈਕਸ ਦੀ ਗੱਲ ਹੋ ਰਹੀ ਸੀ ਵੀ ਜੇ ਉਹਨਾਂ ਨੂੰ ਸਿਰਫ ਇਕੱਲਾ ਟੈਕਸ ਸਿਸਟਮ ਉਹਨਾਂ ਦਾ ਆਪਣਾ ਹੋ ਜਾਵੇ, ਉਹ ਆਪਣੀ ਖਪਤ ਆਪ ਕਰਨ, ਆਪਣੀ ਕਮਾਈ ਆਪ ਉਹਨਾਂ ਦੀ ਹੋਵੇ, ਤੇ ਉਹਦੇ ਨਾਲ ਮੇਰਾ ਖਿਆਲ ਆ ਵੀ ਸ਼ਾਇਦ ਉਹ ਸੈਟੀਸਫਾਈ ਹੋ ਜਾਣਗੇ। ਬਾਕੀ ਜਿਹੜੀਆਂ ਹੋਰ ਬਹੁਤ ਅੰਦਰੂਨੀ ਗੱਲਾਂ ਪੋਲਿਟਿਕਸ ਜਿਹੜੀਆਂ ਹੁੰਦੀਆਂ ਆ ਉਹ ਤਾਂ ਬਹਿ ਕੇ ਉਹਨਾਂ ਨੇ ਟੇਬਲ ਤੇ ਨਿਪਟਾ ਲੈਣਗੀਆਂ। ਜੀ ਜੀ ਜੀ। ਕਾਲੀਆ ਸਾਹਿਬ ਆਪਣੇ ਇਹਨਾਂ ਦਾ ਇਹੀ ਖਿਆਲ ਆ ਵੀ ਇਕੱਠੇ ਰਹਿਣਾ ਚਾਹੀਦਾ। ਤੁਸੀਂ ਇੰਝ ਨਹੀਂ ਸੋਚਦੇ ਵੀ ਉਹਨਾਂ ਨੂੰ ਮੌਕਾ ਦਿਓ ਇੱਕ, ਜਦੋਂ ਉਹਨੂੰ ਘਾਟਾ ਪੈਣ ਲੱਗਾ ਉਹਨਾਂ ਨੂੰ ਮੁੜ ਕੇ ਫੇਰ ਆ ਜਾਣਾ ਦੁਬਾਰਾ? ਦੇਖੋ ਜਿਹੜਾ ਬੰਦਾ ਇੱਕ ਦਫਾ ਸੋਚਦਾ ਨਾ ਕਿ ਮੈਂ ਸੈਪਰੇਟ ਹੋਣਾ ਜੀ ਜੀ, ਉਹਦੇ ਦਿਲ 'ਚ ਹਮੇਸ਼ਾ ਰਹਿਣਾ ਕਿ ਮੈਂ ਸੈਪਰੇਟ ਹੋਣਾ, ਭਾਵੇਂ ਉਹਨੂੰ ਨੁਕਸਾਨ ਹੋਵੇ ਚਾਹੇ ਫਾਇਦਾ ਹੋਵੇ। ਉਹਨਾਂ ਦਾ ਬਸ ਹੁਣ ਇਹ ਚੀਜ਼ ਸ਼ੁਰੂ ਹੋਈ ਹੈ ਜੀ। ਜੇ ਤਾਂ ਇਹ ਟੇਬਲ ਤੇ ਬਹਿ ਕੇ ਆਰਾਮ ਦੇ ਨਾਲ ਉਹਨਾਂ ਨੂੰ ਸੈਪਰੇਟ ਕਰਨਗੇ ਤਾਂ ਵੀ ਹੋ ਜਾਣਾ। ਜਿਹੜਾ ਦਿਲ ਦੇ ਵਿੱਚ ਫਰਕ ਪੈ ਚੁੱਕਾ ਹੈ ਉਹ ਬੰਦਾ ਖਤਮ ਤਾਂ ਹੋਣਾ ਨਹੀਂ। ਜੀ ਜੀ। ਸੋ ਇਸ ਕਰਕੇ ਚਾਹੇ ਤਾਂ ਉਹਨਾਂ ਨੂੰ ਜਿਹੜੇ ਕੋਈ ਹੱਕ ਮੰਗਦੇ ਆ ਉਹਨਾਂ ਦੇ ਹੱਕ ਜ਼ਿਆਦਾ ਦੇ ਦੇਣ, ਤੇ ਚਾਹੇ ਉਹਨਾਂ ਦੀਆਂ ਬਾਕੀ ਚੀਜ਼ਾਂ ਮੰਨ ਲੈਣ, ਕਿਉਂਕਿ ਉਹਨਾਂ ਨੂੰ ਸੈਪਰੇਟ ਹੋਣ ਤੋਂ ਤਦ ਹੀ ਕੁਛ ਨਾ ਕੁਛ ਉਹਨਾਂ ਨੂੰ ਦੇਣਗੇ ਹੋਰ, ਤਦ ਹੀ ਉਹ ਬੰਦ ਹੋਣਗੇ। ਤੇ ਜੇ ਇਹ ਜਿਸ ਤਰ੍ਹਾਂ ਅੱਗੇ ਥੋਪੀ ਜਾਂਦੇ ਕਾਨੂੰਨ ਵਗੈਰਾ ਜਾਂ ਹੋਰ ਵੀ ਕੋਈ ਚੀਜ਼ ਕਹਿ ਰਹੇ ਆ, ਉਹਨਾਂ ਨੇ ਕਿੰਨੀ ਦੇਰ ਮੰਨਣਗੇ? ਉਹਨਾਂ ਨੇ ਇੱਕ ਨਾ ਇੱਕ ਦਿਨ ਫੇਰ ਅੱਜ ਨਾ ਹੋਣਗੇ ਸੈਪਰੇਟ, ਕੱਲ੍ਹ ਹੋਣਗੇ, ਕੱਲ੍ਹ ਨਾ ਹੋਣਗੇ, ਪਰਸੋਂ ਹੋਣਗੇ ਜੀ। ਜਾਂ ਤਾਂ ਉਹਨਾਂ ਦੀਆਂ ਜਿਹੜੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਦੇ ਦੇਣ ਜੀ ਤੇ ਸੈਪਰੇਟ ਜੁਆਇੰਟ ਰਹਿ ਲੈਣਗੇ,
ਜੀ ਤੇ ਜੇ ਕਹਿਣ ਜੋ ਅਸੀਂ ਕਰ ਰਹੇ ਹਾਂ ਅਸੀਂ ਉਹੀ ਠੀਕ ਹੈ, ਫਿਰ ਉਹ ਤਾਂ ਚੱਲਣੀ ਨਹੀਂ ਯਾਰ। ਠੀਕ ਹੈ ਵਿਸ਼ੇਸ਼ ਸਾਹਿਬ। ਦੇਖੋ ਜੇ ਲੜਾਈ ਉਹਨਾਂ ਦੀ ਅਧਿਕਾਰ ਦੀ ਆ, ਕੋਈ ਚੀਜ਼ ਪਾਉਣਾ ਚਾਹੁੰਦੇ ਆ, ਫਿਰ ਤਾਂ ਟੇਬਲ ਤੇ ਬਹਿ ਕੇ ਪ੍ਰੋਬਲਮ ਉਹਨਾਂ ਦੀ ਸੋਲਵ ਹੋ ਸਕਦੇ। ਜੀ ਜੀ ਜੇ ਉਹ ਬੰਦਾ ਇਹ ਸੋਚਦਾ ਕਿ ਸਾਡੀ ਆਇਡੈਂਟੀ ਜੁਦੀ ਹੋਣੀ ਚਾਹੀਦੀ, ਫਿਰ ਟੇਬਲ ਤੇ ਬਹਿ ਕੇ ਸੋਲਵ ਨਹੀਂ ਹੋ ਸਕਦੇ। ਅੱਜ ਨਹੀਂ ਹੋਗੇ 20 ਸਾਲ ਬਾਅਦ ਹੋਗੇ, ਇੱਕ ਨਾ ਇੱਕ ਦਿਨ ਤਾਂ ਫਿਰ ਉਹ ਜੁਦੇ ਜ਼ਰੂਰ ਹੋਗੇ। ਫਿਰ ਵੀ ਹੋਏ ਜਾਂ ਨਾ ਹੋਏ 18 ਸਤੰਬਰ ਨੂੰ ਫਿਰ ਵੀ ਫਾਇਦਾ, ਅਧਿਕਾਰ ਉਹਨਾਂ ਨੂੰ ਜ਼ਿਆਦਾ ਮਿਲ ਜਾਓਗੇ। ਜੁਦੇ ਹੋ ਗਏ ਤਾਂ ਵੀ ਫਾਇਦਾ, ਨਹੀਂ ਹੋਏ ਤਾਂ ਵੀ ਫਾਇਦਾ ਹੀ ਫਾਇਦਾ, ਸਕਾਟਲੈਂਡ ਨੂੰ ਕੋਈ ਨੁਕਸਾਨ ਨਹੀਂ। ਮੈਂ ਜਾਣੀ ਕਿ ਇੱਕ ਪੁਆਇੰਟ ਥੋੜ੍ਹਾ ਜਿਹਾ ਸੀਗਾ ਰੇਜ਼ ਕਰਨਾ ਚਾਹੁੰਦਾ ਸੀਗਾ ਇੱਕ ਸੈਕਿੰਡ। ਜਾਣੀ ਕਿ ਗੱਲ ਮੈਂ ਇਸ ਕਰਕੇ ਇਹ ਇਸ਼ੂ ਕਰ ਰਿਹਾ ਕਿਉਂਕਿ ਆਪਣੇ ਏਸ਼ੀਅਨ ਕਮਿਊਨਿਟੀ ਨਾਲ ਕੰਸਰਨਡ ਹੈ ਵੀ ਕੀ ਜਿਹੜੇ ਇਕੁਆਲਿਟੀ ਐਕਟ ਇਹਨਾਂ ਨੇ ਇੱਥੇ ਬਣਾਇਆ ਹੈਗਾ 2010 ਦਾ ਇੱਥੇ ਬਣਾਇਆ ਵੀ ਕੀ ਉਹਦੇ ਵਿੱਚ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ, ਜੈਂਡਰ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ, ਜਾਂ ਡਿਸੇਬਿਲਿਟੀ ਦੀ ਜਾਂ ਹੋਰ ਜਿਹੜੇ ਧਰਮਾਂ ਦੀ ਵੀ ਗੱਲ ਵਿੱਚ ਹੈਗੀ ਹੈ ਡਿਸਕ੍ਰਿਮੀਨੇਸ਼ਨ ਦੀ, ਵੀ ਕੀ ਉਹੋ ਹੀ ਕਾਨੂੰਨ ਉਸ ਹਿਸਾਬ ਨਾਲ ਉੱਥੇ ਉਹ ਵੀ ਕਾਇਮ ਰਹੂਗਾ ਤੇ ਕੀ ਉਹਨੂੰ ਰਿਗਰਸਲੀ ਜਿਹੋ ਜਿਹਾ ਯਾਨੀ ਕਿ ਇਹ ਕਲੇਮ ਕਰਦੇ ਹੈਗੇ ਆ ਇੰਗਲੈਂਡ ਵਿੱਚ ਤੇ ਵੇਲਸ ਵਿੱਚ ਵੀ ਜਾਂ ਆਪਾਂ ਯੂਨਾਈਟਿਡ ਕਿੰਗਡਮ ਹੁਣ ਕਹਿ ਲਈਏ ਵੀ ਕੀ ਇਸੇ ਹਿਸਾਬ ਨਾਲ ਵੀ ਉੱਥੇ ਲਾਗੂ ਹੋਊਗਾ? ਨਹੀਂ, ਇੱਕ ਕੁਐਸਚਨੇਬਲ ਹੈ ਇਹ ਤੁਹਾਡਾ, ਬਹੁਤ ਵਧੀਆ ਸਵਾਲ ਹੈਗਾ ਔਰ ਨੁਕਤਾ। ਇਹ ਜ਼ਰੂਰੀ ਨਹੀਂ ਕਿ ਜਿਹੜੇ ਰੇਸ ਕੁਆਲਿਟੀ ਐਕਟ ਆ ਜਿਹੜੇ ਇੰਗਲੈਂਡ ਦੇ ਵਿੱਚ ਹੈਗੇ ਆ ਜਾਂ ਵੈਲਸ ਦੇ ਵਿੱਚ ਵੀ ਲਾਗੂ ਹੁੰਦੇ ਆ ਉਹ ਐਗਜ਼ੈਕਟਲੀ ਸਕਾਟਲੈਂਡ ਦੇ ਵਿੱਚ, ਕਿਉਂਕਿ ਹੁਣ ਜੇ ਦੇਖਿਆ ਜਾਵੇ ਭਾਵੇਂ ਅੱਗੇ ਯੂਰਪੀਅਨ ਹਿਊਮਨ ਰਾਈਟਸ ਕਮਿਸ਼ਨ ਜਾਂ ਉੱਥੇ ਯੂਰਪੀਅਨ ਜਿਹੜੀਆਂ ਹਿਊਮਨ ਰਾਈਟਸ ਕੰਸੀਡਰੇਸ਼ਨਸ ਆ ਉਹਦੇ ਮੁਤਾਬਕ ਆਪਾਂ ਸਮਝਦੇ ਹਾਂ ਵੀ ਦਰਅਸਲ ਫਾਇਦਾ ਹੈਗਾ। ਪਰ ਹੁਣ ਪਿਛਲੇ 10, 15, 20 ਸਾਲ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਨਵੀਂ ਲੈਜਿਸਲੇਸ਼ਨ ਆਈਆਂ ਉਹ ਇੰਗਲੈਂਡ ਐਕਚੁਅਲੀ ਰੇਸ ਕੁਆਲਿਟੀ ਦੇ ਹਿਸਾਬ ਨਾਲ ਭਾਵੇਂ ਇੱਥੇ ਜਿੱਥੇ ਹੀ ਚਾਹੁੰਦੇ ਉੱਥੇ ਨਹੀਂ ਪਹੁੰਚੇ, ਪਰ ਫਿਰ ਵੀ ਆਪਾਂ ਪ੍ਰੋਗਰੈਸਿਵਲੀ ਉਧਰ ਨੂੰ ਜਾ ਰਹੇ ਹਾਂ। ਸਕਾਟਲੈਂਡ ਦੇ ਵਿੱਚ ਅਜੇ ਦਿਸ਼ਾ ਨਹੀਂ ਹੈਗੀ। ਇੰਟਰਨੈਸ਼ਨਲੀ ਵੀ ਕਲੋਨੀਅਲ ਏਰੀਆ ਦੇ ਵਿੱਚ ਵੀ ਜਿਹੜੇ ਸਕਾਟਿਸ਼ ਆ ਉਹ ਡੋਮੀਨੈਂਟ ਰਹੇ ਐਕਚੁਅਲੀ, ਕਿਉਂਕਿ ਜ਼ਿਆਦਾ ਜਿਹੜੀ ਐਮੀਗ੍ਰੇਸ਼ਨ ਆ ਬਾਹਰ ਜਾਂ ਕਲੋਨੀਅਲ ਐਡਵੈਂਚਰਸ ਆ ਉਹ ਸਕਾਟਲੈਂਡ ਦੇ ਵਿੱਚ ਬਹੁਤ ਹੋਈ ਹੈ। ਹੁਣ ਸਭ ਇੱਕ ਗੱਲ ਦੱਸੋ ਕਿ ਜੇ ਇਸ ਗੱਲ ਦਾ ਹਾਲੇ ਕੋਈ ਹੋਇਆ ਆਪਾਂ ਉਸ ਪਾਸੇ ਸੋਚਿਆ ਨਹੀਂ। ਮੈਂ ਗੱਲ ਬਾਰ-ਬਾਰ ਕਰ ਰਿਹਾ ਕਿ ਜਿਹੜਾ ਹੈਗਾ ਤੁਹਾਡਾ ਮਾਨਸਿਕ ਤਲਬ, ਹਾਂਜੀ ਮਾਨਸਿਕ ਤੌਰ ਤੇ ਕੋਈ ਕੌਮ ਕਿਵੇਂ ਸੋਚਦੀ ਆ, ਚਾਹੇ ਤੁਸੀਂ ਇੰਟਰਨੈਸ਼ਨਲ ਕੰਟੈਕਸਟ ਵਿੱਚ ਦੇਖ ਲਓ, ਜਿਹੜਾ ਸਾਮੰਤਵਾਦ ਹੈ ਮੋਨਰਕੀ ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਜਿਹੜਾ ਦਾਬਾ ਜਾਂ ਰੋਬੀਲਾ ਰੂਪ ਆ ਜਿਹੜਾ ਕਿ ਬ੍ਰਿਟਿਸ਼ ਆ ਉਹ ਸਕਾਟਿਸ਼ ਨਹੀਂ ਹੈਗਾ। ਹਾਂਜੀ ਤੁਸੀਂ ਸਮਝਦੇ ਕਿ ਉਹਨਾਂ ਦੇ ਸਬ ਕੌਨਸ਼ੀਅਸ 'ਚ ਉਹ ਵੀ ਕੰਮ ਕਰ ਰਿਹਾ? ਉਹਨਾਂ ਦੀ ਸਬ ਕੌਨਸ਼ੀਅਸ ਦੇ ਵਿੱਚ ਇਹ ਹੈ ਕਿ ਅਸੀਂ ਡੋਮੀਨੇਟਡ ਨੇਸ਼ਨ ਆ ਜੀ, ਤੇ ਇਸੇ ਕਰਕੇ ਮਤਲਬ ਵੀ ਮੈਂ ਸਮਝਦਾ ਵੀ 18 ਸਤੰਬਰ ਨੂੰ ਉਹਨਾਂ ਦੇ ਦੋਹੀਂ ਹੱਥੀ ਲੱਡੂ ਆ, ਕਿਉਂਕਿ ਜਿਸ ਲੈਵਲ ਤੇ ਉਹਨਾਂ ਨੇ ਡਿਬੇਟ ਰੇਜ਼ ਕਰਤਾ ਹੈਗਾ ਜੀ ਨੈਸ਼ਨਲੀ ਤੇ ਇੰਟਰਨੈਸ਼ਨਲੀ, ਜੇ ਤਾਂ ਮਤਲਬ ਵੀ ਰੈਫਰੈਂਡਮ ਯੈਸ ਹੋ ਜਾਂਦੀ ਹੈ ਤਾਂ ਉਹ ਇੰਡੀਪੈਂਡੈਂਟ ਆ, ਇਹ ਠੀਕ ਹੈ ਵੀ 15, 20, 30, 50 ਸਾਲ ਜਿਵੇਂ ਕਾਲੀਆ ਸਾਹਿਬ ਕਹਿੰਦੇ ਸੀਗੇ ਜਦੋਂ ਇਕਨੋਮੀ ਡਾਮਾਡੋਲ ਹੋਵੇ ਬ੍ਰਿਟਨ ਕੋ ਫੇ ਆ ਜਾਣਗੇ ਵੀ ਸਾਨੂੰ ਨਾਲ ਰਲਾ ਲਓ, ਇਹ ਵੱਖਰੀ ਗੱਲ ਆਪਣੇ ਆਪ ਦੇ ਵਿੱਚ। ਪਰ ਹੁਣ ਜੇ ਉਹ ਨਾ ਜੁਦਾ ਹੁੰਦੇ ਰੈਫਰੈਂਡਮ 'ਚ ਹਾਰ ਜਾਂਦੇ ਆ ਤਾਂ ਫਿਰ ਵੀ ਉਹਨਾਂ ਨੂੰ ਜ਼ਿਆਦਾ ਆਟੋਨਮੀ ਮਿਲ ਜਾਣੀ ਹੈ। ਪਰ ਓਵਰਆਲ ਜਿਹੜਾ ਸਾਰਾ ਯੂਨਾਈਟਿਡ ਕਿੰਗਡਮ ਹੈ ਮੈਂ ਸਮਝਦਾ ਵੀ ਯੂਨਾਈਟਿਡ ਕਿੰਗਡਮ ਆਫ ਆਟੋਨਮਸ ਨੇਸ਼ਨਸ ਐਂਡ ਰੀਜਨਸ ਇਹਨਾਂ ਲਈ ਜ਼ਿਆਦਾ ਵਾਈਬਲ ਆ, ਜਿਹਦੇ ਵਿੱਚ ਸਕਾਟਲੈਂਡ ਦੀ ਜਿਹੜੀ ਸੈਲਫ ਆਇਡੈਂਟੀਟੀ ਦੀ ਭਾਵਨਾ ਆ ਉਹ ਵੀ ਸੈਟਿਸਫਾਈ ਹੋਵੇ ਜੀ, ਉਹ ਜ਼ਰੂਰ ਕਰਨੀ ਪੈਣੀ। ਇਹ ਵੇਲਸ ਨੂੰ ਵੀ ਕਰਨੀ ਪੈਣੀ ਕਿਉਂਕਿ ਜਿਹੜੇ ਵੈਲਸ਼ ਆ ਉਹਨਾਂ ਦੀ ਲੈਂਗੁਏਜ, ਉਹਨਾਂ ਦਾ ਕਲਚਰ ਬਹੁਤ ਮਤਲਬ ਇੱਕ ਕਿਸਮ ਦਾ ਡੋਮੀਨੇਟਰ ਹੈਗਾ ਇੰਗਲਿਸ਼ ਵੱਲੋਂ, ਉੱਥੇ ਵੀ ਸਾਰਾ ਇੰਗਲਿਸ਼ ਪ੍ਰਭਾਵ ਹੀ ਹੈਗਾ। ਵੇਲਸ ਦੇ ਵਿੱਚ ਜਾ ਕੇ ਦੇਖੋ, ਇਵੇਂ ਸਕਾਟਲੈਂਡ ਐਡਨਬਰਾ ਤੇ ਗਲਾਸਗੋ ਦੇ ਵਿੱਚ ਲਾਜ਼ਮੀ ਤੌਰ ਤੇ ਹਰ ਰੀਜਨ ਦੇ ਲੋਕ ਆਪਣੀ ਆਇਡੈਂਟੀ ਤਾਂ ਚਾਹੁੰਦੇ ਆ ਨਾ, ਜਿਹੜੀ ਮਤਲਬ ਕਿ ਲਿੰਗੁਇਸਟਿਕ, ਕਲਚਰਲ, ਰਿਲੀਜੀਅਸ ਜਾਂ ਹਿਸਟੋਰੀਕਲ ਜਿਵੇਂ ਵੀ ਮਰਜ਼ੀ ਡਿਫਾਈਨ ਕਰ ਲਓ, ਜਿਹੜੀ ਉਹ ਆਇਡੈਂਟੀਟੀ ਹੈ ਉਹਦੀ ਐਕਸਪ੍ਰੈਸ਼ਨ ਹੈ, ਉਹਦੀ ਆਟੋਨਮੀ ਆ, ਉਹਦੀ ਆਜ਼ਾਦੀ ਆ, ਉਹ ਹਰ ਇੱਕ ਦਾ ਜਨਮਸਿੱਧ ਅਧਿਕਾਰ ਆ। ਪਰ ਉਹਨੂੰ ਤੁਸੀਂ ਕੰਸੀਡ ਅਕਮੋਡੇਟ ਕਿਵੇਂ ਕਰਨਾ, ਇਹ ਮਤਲਬ ਕ੍ਰਿਟੀਕਲ ਮੁੱਦਾ ਹੈਗਾ ਸਾਰਿਆਂ ਵਾਸਤੇ। ਕਿਉਂਕਿ ਕਿ ਗੱਲ ਹੋਰ ਜਿਹੜੀ ਆਇਡੈਂਟੀ ਦੀ ਗੱਲ ਹੈ ਨਾ, ਸੌਰੀ ਕਿ ਉਹ ਇਹ ਹੈ ਵੀ ਉਹਨਾਂ ਨੇ ਬਹੁਤ ਸਾਰੇ ਸਾਇੰਟਿਸਟ ਵੀ ਪੈਦਾ ਕੀਤੇ ਹੈ ਜੀ, ਉਹਨਾਂ ਨੇ ਜਿਹੜੇ ਹੈਗੇ ਬਹੁਤ ਸਾਰੇ ਜਿਹੜੇ ਇਨਵੈਂਟਰਸ ਹੈਗੇ ਆ ਉਹ ਪੈਦਾ ਕੀਤੇ ਹੈਗੇ ਆ, ਬਹੁਤ ਸਾਰੇ ਜਾਣੀ ਕਿ ਉਹਨਾਂ ਨੇ ਇਹੋ ਜਿਹੇ ਬੰਦੇ ਪੈਦਾ ਕੀਤੇ ਜਿਹੜੇ ਕਿ ਰਾਈਟਰਸ ਬੜੇ ਟੌਪ ਦੇ ਹੋਏ ਉੱਥੇ ਜੀ। ਉਹ ਕਹਿੰਦੇ ਈਵਨ ਜਾਣੀ ਕਿ ਜਿਹੜੇ ਸਪੋਰਟਸਮੈਨ ਐਂਡੀ ਮਰੀ ਵਰਗੇ ਜਿਹੜੇ ਬੰਦੇ ਹੈ ਉਹ ਕਹਿੰਦੇ ਸਾਡੀ ਆਇਡੈਂਟੀਟੀ ਜਿਹੜੀ ਹੈ ਨਾ ਉਹ ਇਹਦੇ ਵਿੱਚ ਅਬਜ਼ੌਰਬ ਹੋ ਰਹੀ ਹੈ ਯੂਨਾਈਟਿਡ ਕਿੰਗਡਮ ਵਿੱਚ, ਵੀ ਸਾਨੂੰ ਜਾਣੀ ਕਿ ਜਿਹੜੀ ਹੈਗੀ ਆ ਜਿਹੜਾ ਹਿੱਸਾ ਜਿਹੜਾ ਮੈਂ ਸਵਾਲ ਕੀਤਾ ਸਾਨੂੰ ਗਲੋਰੀਫਿਕੇਸ਼ਨ ਜਿਹੜੀ ਗੱਲ ਹੈ ਵੀ ਸਾਡੀ ਉਹ ਗਲੋਰੀਫਿਕੇਸ਼ਨ ਉਨੀ ਹੋ ਨਹੀਂ ਰਹੀ ਹੈ ਜਿੰਨੀ ਕਿ ਸਾਨੂੰ ਹੋਣੀ ਚਾਹੀਦੀ ਹੈ। ਤੇ ਦੂਜਾ ਕਿਹੜਾ ਸਵਾਲ ਸੀ ਬੜਾ ਵਧੀਆ ਸੀਗਾ ਵੀ ਜਿਹੜੀ ਮੋਨਕੀ ਵਾਲਾ ਸਵਾਲ ਹੈਗਾ, ਦੁਨੀਆ ਦੇ ਬਹੁਤ ਸਾਰੇ
ਹਿੱਸੇ ਹੈਗੇ ਜਾਣੀ ਕਿ ਉਹ ਕਹਿੰਦੇ ਵੀ ਸਾਨੂੰ ਮੁੜ ਕੇ ਜ਼ਰੂਰਤ ਨਹੀਂ। ਆਸਟ੍ਰੇਲੀਆ ਰੌਲਾ ਪਾ ਰਿਹਾ ਹੈਗਾ, ਨਿਊਜ਼ੀਲੈਂਡ 'ਚ ਵੀ ਰੌਲਾ ਪੈ ਰਿਹਾ, ਕੈਨੇਡਾ 'ਚ ਵੀ ਪੈ ਰਿਹਾ ਹੈਗਾ ਵੀ ਸਾਡੀ ਜਾਣੀ ਕਿ ਹੈੱਡ ਆਫ ਜਾਣੀ ਕਿ ਉਹ ਕੁਈਨ ਨਹੀਂ ਹੋਣੀ ਚਾਹੀਦੀ ਇੰਗਲੈਂਡ ਦੀ। ਸੋ ਇਹ ਵੀ ਇੱਕ ਰੌਲਾ ਪੈ ਰਿਹਾ। ਦੂਜੇ ਪਾਸੇ ਜਿਹੜਾ ਆਇਰਲੈਂਡ ਹੈਗਾ ਉਹ ਵੀ ਜਾਣੀ ਕਿ ਰੌਲਾ ਪਾਉਂਦਾ ਸੀਗਾ ਸ਼ੁਰੂ ਤੋਂ, ਕਿਉਂਕਿ ਉਹਨਾਂ ਦੀ ਆਪਣੀ ਇੰਡੀਜ਼ ਨਾਲ ਤਾਂ ਕਾਫੀ ਜਾਣੀ ਕਿ ਰਹੀ, ਕਿਉਂਕਿ ਉਹਨਾਂ ਨੇ ਵੀ ਸਟਰਗਲ ਬੜੀ ਕੀਤੀ ਹੈ। ਊਧਮ ਸਿੰਘ ਨੂੰ ਜਾਣੀ ਕਿ ਹਥਿਆਰ ਜਿਹੜੇ ਸੀਗੇ ਇੱਕ ਆਇਰਿਸ਼ ਬੰਦੇ ਨੂੰ ਦਿੱਤੇ ਸੀਗੇ। ਜਾਣੀ ਕਿ ਮੇਰਾ ਮਤਲਬ ਕਹਿਣ ਦਾ ਉਹ ਅਲਾਇੰਸ ਇਸ ਕਰਕੇ ਸੀ ਵੀ ਸਟਰਗਲ ਸੀ ਵੀ ਅਸੀਂ ਇੰਡੀਪੈਂਡੈਂਟ ਹੋਣਾ ਚਾਹੁੰਦੇ ਹਾਂ। ਇਹੋ ਜਿਹੀ ਇੰਡੀਪੈਂਡੈਂਸ ਜਿਹੜੀ ਭਾਵਨਾ ਹੈਗੀ ਉਹ ਵੇਲਜ਼ ਵਿੱਚ ਵੀ ਹੈ। ਸੋ ਆਇਡੈਂਟੀਟੀ ਨੂੰ ਅਸੀਂ ਜਾਣੀ ਕਿ ਹੈ ਨਾ ਇਗਨੋਰ ਨਹੀਂ ਬਿਲਕੁਲ ਕਰ ਸਕਦੇ। ਸੋ ਇਹ ਜਿਹੜੇ ਫੈਕਟਰਸ ਹੈਗੇ ਦੇ ਵਿਲ ਡਿਟਰਮਨ ਵੀ ਅਸੀਂ ਕਿਹਨਾਂ ਨਾਲ ਰਹਿਣਾ ਚਾਹੁੰਦੇ ਹਾਂ। ਜੀ ਮੈਂ ਮਹਿਸੂਸ ਕਰਦਾ ਜੇ ਬਾਈ ਚਾਂਸ ਅਨਫੋਰਚੂਨੇਟਲੀ ਇਕੱਠੇ ਹੋ ਜਾਂਦੇ ਆ ਤਾਂ ਫਿਰ ਪੱਕੀਆਂ ਪਕਾਈਆਂ ਨਹੀਂ ਮਿਲਣੀਆਂ। ਨਾ ਇਕੱਠੇ ਤਾਂ ਹੈਗੇ ਆ ਜੀ, ਨਹੀਂ ਇਕੱਠੇ ਹੈਗੇ ਜੇ ਸੈਪਰੇਟ ਹੋ ਜਾਂਦੇ ਆ ਤੇ ਫਿਰ ਉਹਨੂੰ ਕੰਮ ਕਰਨਾ ਪੈਣਾ। ਜੇ ਪੱਕੀ ਭੈਣ ਤਾਂ ਬਾਪੂ ਦੇ ਨਾਲ ਰਹਿਣਾ ਪਊ। ਜੀ ਜੀ। ਤੇ ਜੇ ਤੁਸੀਂ ਕਹਿੰਦੇ ਆ ਬਾਪੂ ਤੋਂ ਮੈਂ ਤਕੜਾ ਆ ਤਾਂ ਫਿਰ ਤੁਹਾਨੂੰ ਘਰ ਬਣਾਉਣਾ ਪੈਣਾ। ਮੁੱਦਾ ਇਹ ਹੈ ਕਿ ਇਹ ਇਹਨਾਂ ਨੂੰ ਬਾਪੂ ਨਹੀਂ ਮੰਨਦੇ। ਜਿਹੜੀ ਗੱਲ ਆਪਾਂ ਹੁਣ ਤੱਕ ਉਹ ਬਾਪੂ ਨਹੀਂ ਮੰਨਦੇ, ਉਹ ਆਪਣੀ ਇੱਕ ਵੱਖਰੀ ਪਛਾਣ ਜਿਹੜੀ ਉਹਨਾਂ ਨੂੰ ਸਵੈਮਾਨ ਆ, ਜਿਹੜੀ ਆਇਡੈਂਟੀਟੀ ਆ। ਜੀ ਜੀ। ਆਇਡੈਂਟੀਟੀ ਉਹਨਾਂ ਨੂੰ ਇੰਨੀ ਸੌਖੀ ਨਹੀਂ ਮਿਲਣੀ ਜੀ। ਬਹੁਤ ਕੰਮ ਕਰਨਾ ਪਏਗਾ ਉਹਨਾਂ ਨੂੰ ਕਿ ਵੱਖਰਾ ਮੁਲਕ ਐਸਟੈਬਲਿਸ਼ ਕਰਨਾ। ਤੁਸੀਂ ਆਪਾਂ ਆਪਣੀ ਨਜ਼ਰਾਂ ਦੇਖਿਆ ਬੰਗਲਾਦੇਸ਼ ਨਾਲ ਕੀ ਹੋਇਆ, ਕਿੱਦਾਂ ਬਣਿਆ, ਕਿੱਦਾਂ ਉਹ ਹੱਲੇ ਤੱਕ ਆਪਣੇ ਪਰ ਇਹਨਾਂ ਦਾ ਨੁਕਤਾ ਬੜਾ ਜ਼ਰੂਰੀ ਹੈ। ਆਲਰੇਡੀ ਐਲੈਕਸ ਸਾਮਨ ਇਸ ਗੱਲ ਦੇ ਵਿੱਚ ਫੇਲ ਹੋਇਆ ਇਸ ਡਿਬੇਟ ਦੇ ਵਿੱਚ ਵੀ ਦੁਬਾਰਾ ਜਿਹੜੀ ਸਿਕਿਉਰਿਟੀ ਆ, ਜਿਹੜੀਆਂ ਆਰਮ ਫੋਰਸਿਸ ਆ, ਉਹਨਾਂ ਦੀ ਡਿਵੈਲਪਮੈਂਟ ਕਿੱਥੇ, ਕਿਉਂ ਤੇ ਕਿੱਥੋਂ ਫੰਡ ਹੋ ਕੇ ਕਰੇਗੀ। ਫਿਰ ਤੁਸੀਂ ਦੇਖੋ ਵੀ ਜੇ ਤੁਸੀਂ ਇੱਕ ਮੁਲਕ ਆਜ਼ਾਦ ਹੁੰਦਾ ਉਹਦੇ ਵਿੱਚ ਪਹਿਲਾਂ ਤਾਂ ਹੈਗਾ ਵੀ ਤੁਹਾਨੂੰ 197 ਅੰਬੈਸੀਆਂ ਖੋਲ੍ਹਣੀਆਂ ਪੈਣਗੀਆਂ ਜੀ, ਨਹੀਂ ਤਾਂ ਤੁਸੀਂ ਵਰਲਡ ਦੇ ਵਿੱਚ ਰਿਪਰੈਜ਼ੈਂਟੇਸ਼ਨ ਤੇ ਸਿੱਧਾ ਮਤਲਬ ਵੀ ਉਹਦੇ ਵਿੱਚ ਅਮਲਾ ਫੈਲਾ ਵੀ ਚਾਹੀਦਾ, ਉਹਦੀ ਸਿਕਿਉਰਿਟੀ ਵੀ ਚਾਹੀਦੀ ਹੈ। ਫਿਰ ਤੁਹਾਨੂੰ ਆਪਣੀ ਫੌਜ, ਸਿਕਿਉਰਿਟੀ, ਇੰਟੈਲੀਜੈਂਸ ਅੱਜ ਕੱਲ੍ਹ ਬੜਾ ਕੰਪਲੈਕਸ ਹੈਗਾ। ਹਲੇ ਉਹਨੂੰ ਪੈਸਾ ਦੀਦਾ ਸੋ ਇਸ ਕਰਕੇ ਸੈਕਟਰੀ ਵਾਲੀ ਗੱਲ ਕਰਦੇ ਆ, ਜਦੋਂ 47 ਦੀ ਗੱਲ ਹੁੰਦੀ ਸੀ ਸਿੱਖਾਂ ਦੀ ਕੋਈ ਮਾੜੀ ਮੋਟੀ, ਉਹ ਕਹਿੰਦੇ ਜਹਾਜ਼ ਕਿੱਥੋਂ ਆਉਣਗੇ, ਫੌਜ ਕਿੱਥੋਂ ਆਊਗੀ। ਨਹੀਂ, ਉਹ ਦਰਅਸਲ ਤਾਂ ਜਿਹੜੀ ਭਾਵਨਾ ਹੈ ਨਾ ਉਹਦੇ ਵਿੱਚ ਇਹ ਹੁੰਦੇ ਆ ਵੀ ਮਿਲਖਾ ਸਿੰਘ ਫਲਾਈਂਗ ਸਿੱਖ ਹੈ ਕਿ ਫਲਾਈਂਗ ਇੰਡੀਅਨ ਹੈ ਨਾ, ਉਹ ਮਤਲਬ ਇੱਥੇ ਗੱਲ ਆ ਜਾਂਦੀ ਮੁੜ ਕੇ। ਪਰ ਸਵਾਲ ਸਾਰਿਆਂ ਤੋਂ ਵੱਡਾ ਹੈਗਾ ਕਿ ਜਿਹੜੀ ਕਲੈਕਟਿਵ ਪਾਵਰ ਆ ਜਾਂ ਆਟੋਨਮੀ ਆ ਜਾਂ ਤੁਹਾਡੀ ਰਿਲੇਟਿਵ ਇੰਡੀਪੈਂਡੈਂਸ ਵਰਲਡ ਦੇ ਵਿੱਚ, ਉਹ ਤਾਂ ਤਦੇ ਕਾਇਮ ਰਹਿ ਸਕਦੀ ਹੈ ਵੀ ਜੇ ਤੁਹਾਡੇ ਪਾਸ ਅੱਜ ਕੱਲ੍ਹ ਡਿਫੈਂਸ ਤਕੜੀ ਹੋਵੇ, ਸਿਕਿਉਰਿਟੀ ਤਕੜੀ ਹੋਵੇ, ਇੰਟਰਨਲ ਫੋਰਸ ਵੱਡੀ ਹੋਵੇ। ਇਸ ਤਰ੍ਹਾਂ ਕਿ ਠੀਕ ਆ, ਜਜ਼ਬਾਤੀ ਕਾਰਨ ਹੁੰਦੇ ਨੇ, ਇਤਿਹਾਸਕ ਹੁੰਦੇ ਨੇ, ਹਾਂਜੀ, ਕੰਮਾਂ ਦੇ ਸੁਭਾਅ ਵੀ ਹੁੰਦੇ ਨੇ, ਪਰ ਇੱਕ ਗੱਲ ਬੜੀ ਅਹਿਮ ਆ ਕਿ ਜਿਹੜੀ ਸਾਂਝ ਇਹਨਾਂ ਨੇ ਹੁਣ ਤੱਕ ਨਿਭਾਈ ਆ ਤੇ ਉਹਨੂੰ ਬ੍ਰਿਟਨ ਨੇ ਜਾਂ ਇੰਗਲੈਂਡ ਨੇ ਇੱਕ ਚੰਗਾ ਰੂਪ ਦੇ ਕੇ ਨਿਭਾਇਆ। ਹਾਂਜੀ, ਇੱਕ ਇੱਜ਼ਤ ਨਾਲ ਰਹੇ ਇਕੱਠੇ, ਇਹਨਾਂ ਦੀ ਸਿਫਤ ਆ। ਹਾਂ ਬਿਲਕੁਲ, ਕਿ ਉਹਨਾਂ ਨੇ ਭਰਾਵਾਂ ਵਾਂਗੀ, ਚਲੋ ਠੀਕ ਆ ਉੱਪਰਲੇ ਲੈਵਲ ਤੇ ਥੋੜੇ ਬਹੁਤੇ ਕੋਈ ਹੋਏ ਹੁੰਦੇ ਹੋਣਗੇ ਆਰਥਿਕ ਹਨਾ, ਜਾਂ ਉਹ ਇੰਜ ਮਹਿਸੂਸ ਕਰਦੇ ਕਿ ਸਾਡੀ ਜਿਹੜੀ ਇਹ ਸਵੈਮਾਨ ਆ, ਸਾਡੀ ਪਛਾਣ ਆ, ਉਹ ਘਟਦੀ ਆ, ਨਿਪੀੜੀ ਜਾ ਰਹੀ ਆ। ਪਰ ਹੁਣ ਤੱਕ ਜਿਹੜੀ ਗੱਲ ਨਿਭਾਈ ਆ, ਵਰਨਾ ਤੁਹਾਨੂੰ ਪਤਾ ਇੱਕ ਪਰਿਵਾਰ ਵੀ ਕੋਈ ਤੀਵੀਆਂ ਵੀ ਡਿਵੋਰਸ ਹੋ ਜਾਂਦਾ, ਕੌਮਾਂ ਦੀ ਗੱਲ ਹੈ, ਇਹ ਤਾਂ ਕੌਮਾਂ ਦੀ ਗੱਲ ਹੈ, ਕੌਮਾਂ ਦੀ ਗੱਲ ਹੈਗੀ। ਔਰ ਇਹ ਵੀ ਗੱਲ ਹੈਗੀ ਆ ਵੀ ਜਿਹੜੀ ਐਲੈਕਸ ਸੈਮਨ ਐਜ਼ ਇੰਡੀਵਿਜੂਅਲ ਤੇ ਉਹਦਾ ਜਿਹੜੇ ਗਰੁੱਪ ਹੈਗਾ ਤੇ ਪਾਰਟੀ, ਉਹਨਾਂ ਦੀ ਪੋਲੀਟੀਕਲ ਐਂਬੀਸ਼ੀਅਸਨੈਸ ਵੀ ਆ। ਉਹਨਾਂ ਦਾ ਇਹ ਹੈ ਵੀ ਅਸੀਂ ਪਾਵਰ ਹੋਰ ਲੈਣੀ, ਅਸੀਂ ਆਜ਼ਾਦ ਹੋਣਾ ਜੀ ਜੀ, ਤੇ ਉਹਨਾਂ ਨੂੰ ਇਹ ਵੀ ਪਤਾ ਵੀ ਅਸੀਂ ਹਾਰਨਾ ਵੀ ਹੈ ਜੀ, ਲੱਗਦਾ ਇਵੇਂ ਹੀ ਆ। ਹਾਂਜੀ ਹਾਂਜੀ, ਪਰ ਉਹਨਾਂ ਨੂੰ ਇਹ ਵੀ ਪਤਾ ਵੀ ਹਾਰ ਕੇ ਵੀ ਥੋੜੇ ਬਹੁਤ ਘਰ ਹੋਰ ਲੈ ਲੈਣੇ ਆ। ਗੱਲ ਅਸਲ 'ਚ ਟਿੱਸਾ ਵੀ ਲਾਸਟ ਇਹ ਹੈਗੀ ਆ ਵੀ ਇੱਕ ਵਾਰੀ ਜਦੋਂ ਯਾਨੀ ਕਿ ਲਵ ਫੇਅਰ ਚੱਲਦਾ ਹੈਗਾ, ਰੋਮਾਂਸ ਬੜਾ ਹੁੰਦਾ ਹੈਗਾ, ਪਰ ਜਦੋਂ ਇੱਕ ਛੱਤ ਦੇ ਥੱਲੇ ਇਕੱਠੇ ਦੋਨੇ ਰਹਿੰਦੇ ਹੈਗੇ ਆ ਤੇ ਉਦੋਂ ਪਤਾ ਲੱਗ ਗਿਆ ਲੂਣ ਤੇਲ ਦਾ ਭਾਅ ਕੀ ਹੈਗਾ। ਯਾਨੀ ਕਿ ਦੇਖੋ ਕੀ ਬਣਦਾ। ਪਰ ਦਰਸ਼ਕੋ, ਅੱਜ ਦਾ ਇਹ ਸਾਡਾ ਸ਼ੋਅ ਬੜਾ ਸਾਡੇ ਦਰਸ਼ਕਾਂ ਨੇ ਬਹੁਤ, ਆਪਣੇ ਗੈਸਟ ਨੇ ਬਹੁਤ ਭਰਪੂਰ ਹਿੱਸਾ ਪਾਇਆ। ਵੱਖ-ਵੱਖ ਨੁਕਤਾ ਨਿਗਾਹ ਤੋਂ ਗੱਲ ਦੇਖੀ ਗਈ ਹੈ ਤੇ ਅੱਜ ਇਹਨਾਂ ਨੇ ਇਹ ਫੈਸਲਾ ਕੀਤਾ ਕਿ ਜੇਕਰ ਇਹ ਦੇਸ਼ ਇਕੱਠੇ ਰਹਿਣਗੇ ਤਾਂ ਸਾਡਾ ਵੀ ਭਲਾ ਤੇ ਇਸ ਦੇਸ਼ ਦਾ ਵੀ ਭਲਾ ਹੋਏਗਾ। ਆਓ ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ ਦੇਖੀਏ ਤੇ ਅਸੀਂ ਇੱਕ ਸਬਕ ਵੀ ਲਈਏ ਕਿ ਬੜੇ ਦੂਰ ਅੰਦੇਸ਼, ਬਹੁਤ ਡਰਾਮੇ, ਬੜੀ ਇੱਕ ਲੌਂਗ ਟਰਮ ਜਿਹਨੂੰ ਰਣਨੀਤੀ ਆਪਾਂ ਕਹਿੰਦੇ ਸਟ੍ਰੈਟਜੀ, ਉਹ ਤੈਅ ਕਰਨ ਵਾਸਤੇ ਬੜਾ ਸੰਜੀਦਾ ਸੋਚ, ਬੜੀ ਸੰਜੀਦਾ ਸੋਚ ਤੇ ਪਹੁੰਚ ਚਾਹੀਦੀ ਹੈ, ਵਰਨਾ ਸਮਾਜ ਰੁਲ ਜਾਂਦੇ ਨੇ, ਬਹੁਤ ਤਬਾਹੀ ਹੁੰਦੀ ਹੈ। ਘਰ ਜਲਾਉਣੇ ਸੌਖੇ ਨੇ, ਵਸਾਉਣੇ ਬੜੇ ਔਖੇ ਨੇ। ਸੋ ਆਓ ਦੇਖੀਏ ਸਕਾਟਲੈਂਡ ਵਿੱਚ ਕੀ ਹੁੰਦਾ ਤੇ ਅਸੀਂ ਇਹ ਤੋਂ ਕੀ ਸੇਧ ਲੈਂਦੇ ਹਾਂ ਜੀ। ਅਗਲੇ ਹਫਤੇ ਆਪ ਜੀ ਦੀ ਸੇਵਾ ਵਿੱਚ ਇੱਕ ਹੋਰ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।